ਤੁਸੀਂ ਵੇਖੋ ਇੱਕ ਸੜਕ ਬਣਦੀ ਹੈ, ਹਜ਼ਾਰਾਂ ਦਰਖਤ ਪੱਟ ਦਿੱਤੇ ਜਾਂਦੇ ਨੇ। ਉਸ ਤੋਂ ਪਹਿਲਾਂ ਕੋਈ ਯੋਜਨਾ ਬਣਦੀ ਨਹੀਂ ਕਿ ਪੱਟਣ ਤੋਂ ਪਹਿਲਾਂ ਹੀ ਜੋ ਤੁਹਾਡੀ ਯੋਜਨਾ ਹੋਵੇ ਕਿ ਫਲਾਂ ਮਤਲਬ ਸਾਲ ਦੇ ਵਿੱਚ ਸੜਕ ਬਣਨੀ ਸ਼ੁਰੂ ਹੋਏਗੀ, ਉਸ ਤੋਂ ਪਹਿਲਾਂ ਤੁਸੀਂ ਦਰਖਤ ਲਾਉਣੇ ਸ਼ੁਰੂ ਕਰ ਦਿਓ ਕੋਈ ਇਸ ਤਰ੍ਹਾਂ ਦੀ। ਅੱਛਾ, ਫਿਰ ਦੂਸਰੀ ਗੱਲ ਇਹ ਹੈ, ਉਹ ਪਿੱਟ ਸਿਆਪਾ ਪਿਆ ਹੀ ਰਹਿੰਦਾ ਸਾਡਾ ਕਿਸੇ ਨਾ ਕਿਸੇ ਦੇ ਨਾਲ। ਮਤਲਬ ਗਲੋਂ ਗੁਲਾਮੀ ਹੋਣ ਵਾਲੀ ਵੀ ਕਈ ਵਾਰੀ ਨੌਬਤ ਆਈ ਹੈ। ਸੱਜੀ ਕੋਠੀ ਵਾਲੇ ਕਹਿੰਦੇ ਨੇ ਕਿ ਜੀ ਪੱਤੇ ਡਿੱਗਦੇ ਆ। ਮੈਂ ਕਿਹਾ ਯਾਰ ਤੂੰ ਪੱਥਰ ਥੋੜੀ ਡਿੱਗਦੇ ਆ, ਪੱਤੇ ਹੀ ਨੇ ਜੀ। ਖੂਬਸੂਰਤੀ ਨਾਲ ਤੁਹਾਨੂੰ ਕੋਈ ਤਾਲੁਕ ਨਹੀਂ, ਇਸ ਗੱਲ ਨਾਲ ਕੋਈ ਤਾਲੁਕ ਨਹੀਂ ਕਿ ਇਹ ਵੀ ਤੁਹਾਡੇ ਵਾਂਗੂ ਹੀ ਜੀਵੰਤ ਨੇ, ਇਹ ਵੀ ਤੁਹਾਡੇ ਵਾਂਗੂ ਦੁੱਖ ਸੁੱਖ ਮਹਿਸੂਸ ਕਰਦੇ ਨੇ, ਇਹ ਵੀ ਤੁਹਾਡੇ ਵਾਂਗੂ ਤੁਹਾਡੇ ਜਿਹੜੇ ਜ਼ੁਲਮ ਨੇ ਉਹਨਾਂ ਤੋਂ ਡਰਦੇ ਨੇ। ਤੁਹਾਨੂੰ ਇਹ ਆਕਸੀਜਨ ਮਿਲਦੀ ਨੇ, ਇਹ ਜੀਵਨ ਦੇ ਸਭ ਤੋਂ ਵੱਡਮੁੱਲੇ ਸਰੋਤ ਨੇ। ਤੁਹਾਨੂੰ ਇੰਨੀ ਅਕਲ ਅਜੇ ਤੱਕ ਨਹੀਂ ਆਈ ਜੀ। ਸੋ ਇੰਨੀ ਬੁਰੀ ਹਾਲਤ ਸਾਡੀ ਹੋ ਚੁੱਕੀ ਹੈ, ਗਰਮੀ ਦਾ ਤਾਪਮਾਨ ਇੰਨਾ ਵੱਧ ਚੁੱਕਿਆ ਹੈ। ਕਈਆਂ ਦੇ ਤਾਂ ਕੰਮ ਕਾਰ ਐਵੇਂ ਦੇ ਹੋਣਗੇ ਜਿਹੜੇ ਕਿ 11 ਵਜੇ ਤੋਂ ਅੰਦਰ ਰਹਿ ਕੇ ਕੰਮ ਕਰ ਲੈਣਗੇ, ਪਰ ਬਹੁਤ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਸੜਕਾਂ ਤੇ ਰਹਿ ਕੇ ਹੀ ਪੂਰਾ ਦਿਨ ਕੰਮ ਕਰਨਾ ਪੈਂਦਾ ਹੈ। ਸਤਿ ਸ਼੍ਰੀ ਅਕਾਲ, HSN TV ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਚੰਗੇਰ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਸ਼ੀਤਲ ਠਾਕੁਰ, ਔਰ ਹਰ ਰੋਜ਼ ਦੀ ਤਰ੍ਹਾਂ ਮੇਰੇ ਮਾਹਿਰ ਮਹਿਮਾਨ ਸਾਡੇ ਸਾਥੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ। ਮਿਸਟਰ ਬਲਜੀਤ ਸਿੰਘ ਸਰ, ਕੀ ਹਾਲ ਚਾਲ ਨੇ ਤੁਹਾਡੇ? ਹਾਲ ਚਾਲ ਬਹੁਤ ਵਧੀਆ, ਬਹੁਤ ਜ਼ਿਆਦਾ ਗਰਮੀ, ਬਹੁਤ ਹੀ ਜ਼ਿਆਦਾ 40 ਤੇ 47 ਡਿਗਰੀ ਤੱਕ ਜਿਹੜਾ ਤਾਪਮਾਨ ਪਹੁੰਚਿਆ ਹੋਇਆ। ਔਰ ਮੈਂ ਕਹਿੰਦੀ ਆ ਕਿ ਅਸੀਂ ਇਨਸਾਨ ਆ, ਸਾਡੇ ਕੋਲ ਪ੍ਰਮਾਤਮਾ ਨੇ, ਕੁਦਰਤ ਨੇ ਸਾਨੂੰ ਘਰ ਦਿੱਤੇ ਹੋਏ ਨੇ। ਜਿਨ੍ਹਾਂ ਲੋਕਾਂ ਕੋਲ ਨਹੀਂ ਹੈਗੇ ਉਹਨਾਂ ਦਾ ਕੀ ਬਣਦਾ ਹੋਊਗਾ, ਪੰਛੀਆਂ ਦਾ, ਜਾਨਵਰਾਂ ਦਾ ਕੀ ਬਣਦਾ ਹੋਊਗਾ। ਇੰਨੀ ਕੁ ਭਿਅੰਕਰ ਗਰਮੀ ਪੈ ਰਹੀ ਹੈ ਇਸ ਸਾਲ, ਤੇ ਕਈ ਵਾਰ ਏਦਾਂ ਲੱਗਦਾ ਹੈ ਕਿ ਇਸ ਗਰਮੀ ਦਾ ਜ਼ਿੰਮੇਵਾਰ ਆਖਰਕਾਰ ਕੌਣ ਆ? ਆਪਾਂ ਖੁਦ। ਬਿਲਕੁਲ, ਅਸੀਂ ਇੰਨੀ ਕੁ ਮੂਰਖਤਾ ਕੀਤੀ ਹੈ ਕਿ ਅੱਜ ਅਸੀਂ ਜਿਹੜੀ ਕੁਦਰਤ ਦਾ ਇਹ ਪ੍ਰਕੋਪ ਸਹਿ ਰਹੇ ਹਾਂ। ਦੇਖੋ, ਸਾਨੂੰ ਨਾ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਵਾਤਾਵਰਣ ਪ੍ਰਤੀ ਅਸੀਂ ਬਿਲਕੁਲ ਹੀ ਜਾਗਰੂਕ ਬਿਲਕੁਲ ਨਹੀਂ, ਔਰ ਅਸੀਂ ਤਾਂ ਜਾਗਰੂਕ ਹੈ ਹੀ ਨਹੀਂ, ਲੋਕ ਤਾਂ ਇੰਨੇ ਸੰਵੇਦਨਸ਼ੀਲ ਹੈ ਨਹੀਂ। ਔਰ ਦੂਸਰੀ ਗੱਲ ਹੈ ਵੀ ਜਿਹੜੀ ਸਰਕਾਰ ਹੈ, ਭਾਵੇਂ ਉਹ ਹੁਣ ਪੰਜਾਬ ਦੇ ਵਿੱਚ ਬਦਲਾਅ ਵਾਲੀ ਸਰਕਾਰ ਬਣੀ ਹੈ, ਇਸ ਤੋਂ ਪਹਿਲੀਆਂ ਸਰਕਾਰਾਂ ਵੀ ਸੀ ਜਿਹੜੀਆਂ, ਉਹ ਵੀ ਪੱਥਰ ਦਿਲੀ ਦਾ ਸਬੂਤ ਦਿੱਤਾ ਉਹਨਾਂ ਨੇ। ਤੁਸੀਂ ਵੇਖੋ ਇੱਕ ਸੜਕ ਬਣਦੀ ਹੈ, ਹਜ਼ਾਰਾਂ ਦਰਖਤ ਪੱਟ ਦਿੱਤੇ ਜਾਂਦੇ ਆ। ਉਸ ਤੋਂ ਪਹਿਲਾਂ ਕੋਈ ਯੋਜਨਾ ਬਣਦੀ ਨਹੀਂ ਕਿ ਪੱਟਣ ਤੋਂ ਪਹਿਲਾਂ ਹੀ ਜੋ ਤੁਹਾਡੀ ਯੋਜਨਾ ਹੋਵੇ ਕਿ ਫਲਾਂ ਮਤਲਬ ਸਾਲ ਦੇ ਵਿੱਚ ਸੜਕ ਬਣਨੀ ਸ਼ੁਰੂ ਹੋਏਗੀ, ਤਾਂ ਉਸ ਤੋਂ ਪਹਿਲਾਂ ਤੁਸੀਂ ਦਰਖਤ ਲਾਉਣੇ ਸ਼ੁਰੂ ਕਰ ਦਿਓ ਕੋਈ ਇਸ ਤਰ੍ਹਾਂ ਦੀ। ਅੱਛਾ, ਫਿਰ ਦੂਸਰੀ ਗੱਲ ਇਹ ਹੈ, ਸਾਡੇ ਲੋਕ ਮਤਲਬ ਏਡੇ ਕੁ ਖੁਦ ਬਦਦਿਮਾਗ ਨੇ ਕਿ ਜੇ ਤੁਸੀਂ ਘਰ ਦੇ ਵਿੱਚ ਤੁਹਾਡੇ ਕੋਈ ਦਰਖਤ ਲੱਗਿਆ ਹੋਇਆ, ਮੈਂ ਆਪਣੀ ਗੱਲ ਕਰਦਾ, ਸਾਡੇ ਘਰ ਦੇ ਵਿੱਚ ਇੱਕ ਗੁਲਮੋਹਰ ਦਾ ਦਰਖਤ ਲੱਗਿਆ, ਔਰ ਪਿੱਛੇ ਇੱਕ ਹੋਰ ਵੱਡਾ ਦਰਖਤ ਲੱਗਿਆ, ਔਰ ਸਾਹਮਣੇ ਇੱਕ ਆਰਕੇਰੀਆ ਦਾ ਦਰਖਤ ਲੱਗਿਆ ਘਰ ਦੇ ਵਿੱਚ। ਉਹ ਸਿਰਫ ਇਸ ਕਰਕੇ ਮੈਂ ਲਾਏ ਕਿ ਗੁਲਮੋਹਰ ਦੇ ਤੁਹਾਨੂੰ ਪਤਾ ਫੁੱਲ ਕਿੰਨੇ ਖੂਬਸੂਰਤ ਹੁੰਦੇ ਆ, ਹਨਾ। ਔਰ ਜਿਹੜਾ ਪਿੱਛੇ ਲੱਗਿਆ ਹੈ ਫੋਰੈਸਟ ਫਾਇਰ, ਉਹਦੇ ਇਕੱਲੇ ਫੁੱਲ ਹੀ ਹੁੰਦੇ ਆ ਪਰ ਪੱਤੇ ਝੜ ਜਾਂਦੇ ਆ, ਤੇ ਬੜਾ ਵਧੀਆ ਖੂਬਸੂਰਤ ਉਹ ਵੀ ਆ। ਆਰਕੇਰੀਆ ਦੇ ਯੈਲੋ ਕਲਰ ਦੇ ਫੁੱਲ ਹੁੰਦੇ ਆ। ਉਹ ਪਿੱਟ ਸਿਆਪਾ ਪਿਆ ਹੀ ਰਹਿੰਦਾ ਸਾਡਾ ਕਿਸੇ ਨਾ ਕਿਸੇ ਦੇ ਨਾਲ। ਮਤਲਬ ਗਲੋਂ ਗੁਲਾਮੀ ਹੋਣ ਵਾਲੀ ਵੀ ਕਈ ਵਾਰੀ ਨੌਬਤ ਆਈ ਹੈ। ਸੱਜੀ ਕੋਠੀ ਵਾਲੇ ਕਹਿੰਦੇ ਨੇ ਕਿ ਜੀ ਪੱਤੇ ਡਿੱਗਦੇ ਆ। ਮੈਂ ਕਿਹਾ ਯਾਰ ਤੂੰ ਪੱਥਰ ਥੋੜੀ ਡਿੱਗਦੇ ਆ, ਪੱਤੇ ਹੀ ਨੇ ਡਿੱਗਦੇ ਆ ਜੀ। ਨਹੀਂ ਜੀ, ਆ ਤੁਹਾਡੇ ਜਦੋਂ ਇਹ ਪਤਝੜ ਆਉਂਦੀ ਹੈ ਪੱਤੇ ਡਿੱਗਦੇ ਆ। ਉਧਰ ਖੱਬੇ ਪਾਸੇ ਇੱਕ ਹੋਰ ਸ਼ਖਸ ਨੇ, ਉਹ ਮੈਨੂੰ ਐਂ ਕਰੀ ਜਾਂਦਾ, ਯਾਰ ਇਹ ਬਹੁਤ ਕੱਚਾ ਦਰਖਤ ਹੁੰਦਾ, ਇਹ ਡਿੱਗ ਪੂਗਾ, ਇਹਨੂੰ ਪਟਾ ਦੇ। ਅੱਛਾ, ਉਹ ਹੀ ਡਰੀ ਜਾਂਦਾ ਰਹਿੰਦਾ। ਔਰ ਫਿਰ ਜਦੋਂ ਪਤਝੜ ਹੁੰਦੀ ਉਹਦੇ ਡਿੱਗਦੇ, ਆਹ ਦੇਖ ਯਾਰ ਮੈਂ ਤਾਂ ਬਸ ਨਾ ਮਤਲਬ ਕੰਮ ਵਾਲਿਆਂ ਨੂੰ ਕਹਿ ਕੇ ਪੱਤੇ ਹੀ ਇਕੱਠੇ ਚੁਕਾਉਂਦਾ ਰਹਿਣਾ, ਖਲਾਰਾ ਪੈਂਦਾ ਸਾਡੇ ਕਰਕੇ। ਦੇਖੋ, ਖੂਬਸੂਰਤੀ ਨਾਲ ਤੁਹਾਨੂੰ ਕੋਈ ਤਾਲੁਕ ਨਹੀਂ, ਇਸ ਗੱਲ ਨਾਲ ਕੋਈ ਤਾਲੁਕ ਨਹੀਂ ਕਿ ਇਹ ਵੀ ਤੁਹਾਡੇ ਵਾਂਗੂ ਹੀ ਜੀਵੰਤ ਨੇ, ਇਹ ਵੀ ਤੁਹਾਡੇ ਵਾਂਗੂ ਦੁੱਖ ਸੁੱਖ ਮਹਿਸੂਸ ਕਰਦੇ ਨੇ, ਇਹ ਵੀ ਤੁਹਾਡੇ ਵਾਂਗੂ ਤੁਹਾਡੇ ਜਿਹੜੇ ਜ਼ੁਲਮ ਨੇ ਉਹਨਾਂ ਤੋਂ ਡਰਦੇ ਨੇ। ਤੁਹਾਨੂੰ ਇਹ ਆਕਸੀਜਨ ਦਿੰਦੇ ਨੇ, ਇਹ ਜੀਵਨ ਦੇ ਸਭ ਤੋਂ ਵੱਡਮੁੱਲੇ ਸਰੋਤ ਨੇ। ਤੁਹਾਨੂੰ ਇੰਨੀ ਅਕਲ ਅਜੇ ਤੱਕ ਨਹੀਂ ਆਈ ਜੀ। ਠੀਕ, ਫਿਰ ਇਹ ਹੈ ਕਿ ਕੋਈ ਵੀ ਮਤਲਬ ਜਿਹੜਾ ਮਹਿਕਮਾ ਜੰਗਲਾਤ ਵਾਲੇ ਦਰਖਤ ਲਾ ਗਏ, ਬੂਟਾ ਲਾ ਗਏ, ਉਹ ਚਲੋ ਉਹ ਤਾਂ ਸਰਕਾਰੀ ਕੰਮ ਕਰ ਗਏ, ਉਹਨੂੰ ਪਾਣੀ ਨਹੀਂ ਹੈ, ਤੁਹਾਡੇ ਕੋਲੇ ਲੱਗਿਆ ਹੋਇਆ ਜੀ। ਤੁਹਾਨੂੰ ਰੱਬ ਨੇ ਅੱਖਾਂ ਦਿੱਤੀਆਂ, ਤੁਹਾਨੂੰ ਰੱਬ ਨੇ ਅਕਲ ਦਿੱਤੀ ਹੈ, ਤੁਹਾਨੂੰ ਰੱਬ ਨੇ ਘਰੇ ਪਾਣੀ ਵੀ ਦਿੱਤਾ। ਗੱਡੀਆਂ ਦਾ ਤੁਸੀਂ ਧੋਣ ਲੱਗ ਜਾਂਦੇ ਰੋਜ਼, ਤੇ ਉਹ ਉਜਾੜਾ ਕਰਦੇ ਹੋ ਪਾਣੀ ਦਾ, ਤੇ ਉਹਨੂੰ ਨਹੀਂ ਤੁਸੀਂ ਮਤਲਬ। ਬਿਰਖ ਬੂਟੇ ਨੇ ਸਾਡੇ ਵਰਗੂ ਵੀ ਜੀਵੰਤ ਹੁੰਦੇ ਨੇ, ਉਸੇ ਤਰ੍ਹਾਂ ਹੀ ਦਰਦ ਮਹਿਸੂਸ ਕਰਦੇ ਨੇ, ਉਸੇ ਤਰ੍ਹਾਂ ਹੀ ਇਹ ਪਿਆਰ ਦਾ ਮਤਲਬ ਜਿਹੜਾ ਕੋਈ ਹੁੰਗਾਰਾ ਭਰਦੇ ਨੇ। ਤਾਂ ਸਰਕਾਰਾਂ ਜੇ ਗੈਰ ਜ਼ਿੰਮੇਵਾਰ ਨੇ ਜਾਂ ਪ੍ਰਸ਼ਾਸਨ ਗੈਰ ਜ਼ਿੰਮੇਵਾਰ ਹੈ, ਤਾਂ ਉਹਨੇ ਹੀ ਅਸੀਂ ਜ਼ਿੰਮੇਵਾਰ ਜੀ। ਸਾਨੂੰ ਦੋਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ। ਔਰ ਜਿੰਨੀ ਦੇਰ ਤੱਕ ਅਸੀਂ ਇੰਨੇ ਸੰਵੇਦਨਸ਼ੀਲ ਨਹੀਂ ਹੁੰਦੇ, ਉਨੀ ਦੇਰ ਤੱਕ ਇਹ ਸਮੱਸਿਆ ਜਿਹੜੀ ਦੂਰ ਨਹੀਂ ਹੋ ਸਕਦੀ। ਪਰ ਤੁਸੀਂ ਇਹ ਦੇਖੋ ਕਿ ਸਰ, ਭਾਵੇਂ ਅੱਜ 46-47 ਡਿਗਰੀ ਦਾ ਜਿਹੜਾ ਤਾਪਮਾਨ ਅਸੀਂ ਸਹਿਣ ਕਰ ਰਹੇ ਹਾਂ, ਦੁਪਹਿਰ ਨੂੰ 11 ਵਜੇ ਤੋਂ ਬਾਅਦ ਬਾਹਰ ਦੇਖਣ ਨੂੰ ਦਿਲ ਨਹੀਂ ਕਰਦਾ, ਇੰਨਾ ਕੁ ਸੇਕ ਹੁੰਦਾ।
ਜੇ ਝਾਤੀ ਵੀ ਮਾਰ ਕੇ ਵੇਖ ਲਓ ਤੇ 15 ਮਿੰਟ ਤੱਕ ਜਿਹੜੀ ਅੱਖਾਂ ਦੇ ਅੱਗੇ ਹਨੇਰਾ ਛਾ ਜਾਂਦਾ ਸੋ ਇੰਨੀ ਬੁਰੀ ਹਾਲਤ ਸਾਡੀ ਹੋ ਚੁੱਕੀ ਹੈ। ਗਰਮੀ ਦਾ ਤਾਪਮਾਨ ਇੰਨਾ ਵੱਧ ਚੁੱਕਿਆ ਹੈ। ਕਈਆਂ ਦੇ ਤਾਂ ਕੰਮਕਾਰ ਐਵੇਂ ਦੇ ਹੋਣਗੇ ਜਿਹੜੇ ਕਿ 11 ਵਜੇ ਤੋਂ ਅੰਦਰ ਰਹਿ ਕੇ ਕੰਮ ਕਰ ਲੈਣਗੇ, ਪਰ ਬਹੁਤ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਸੜਕਾਂ ਤੇ ਰਹਿ ਕੇ ਹੀ ਪੂਰਾ ਦਿਨ ਕੰਮ ਕਰਨਾ ਪੈਂਦਾ। ਜਿਹੜੇ ਮਜ਼ਦੂਰ ਨੇ, ਜਿਹੜੇ ਰੇੜੀ ਫੜੀ ਚਾਲਕ ਵਾਲੇ ਨੇ, ਸਬਜ਼ੀ ਮੰਡੀ ਜਿਹੜੇ ਸਬਜ਼ੀ ਵੇਚਦੇ ਨੇ, ਜਾਂ ਜਿਨ੍ਹਾਂ ਦਾ ਗੁਜ਼ਾਰਾ ਹੀ ਨਹੀਂ ਵਿਚਾਰਿਆਂ ਦਾ ਬਾਹਰ ਨਿਕਲੇ ਬਗੈਰ, ਉਹ ਕਿਸ ਤਰ੍ਹਾਂ ਮਹਿਸੂਸ ਕਰਦੇ ਹੋਣਗੇ। ਤਾਂ ਸਾਨੂੰ ਜ਼ਰੂਰ ਸਬਕ ਲੈਣਾ ਚਾਹੀਦਾ ਇਸ ਤੋਂ ਪਹਿਲਾਂ ਕਿ 46 ਡਿਗਰੀ ਦਾ ਜਿਹੜਾ ਤਾਪਮਾਨ ਹੈ ਇਹ 52 ਡਿਗਰੀ ਤੇ ਪਹੁੰਚ ਜਾਵੇ। ਉਸ ਤੋਂ ਪਹਿਲਾਂ ਹੀ ਸਾਨੂੰ ਸਬਕ ਲੈ ਲੈਣਾ ਚਾਹੀਦਾ ਤੇ ਆਪਣੀ ਗਲਤੀਆਂ ਨੂੰ ਜਿਹੜਾ ਹੈ ਦੁਹਰਾਉਣਾ ਨਹੀਂ ਚਾਹੀਦਾ। ਇਹਦੇ ਨਾਲ ਹੀ ਮੁੱਦੇ ਵੱਲ ਜਾਂਦੇ ਆ ਜੀ। ਕਾਂਗਰਸ ਪਾਰਟੀ ਦੇ ਵੱਲੋਂ ਚਿੰਤਨ ਸ਼ਿਵਰ ਲਗਾਇਆ ਗਿਆ ਸੀ, ਜਿਹਦੇ ਤੋਂ ਬਾਅਦ ਕੁਝ ਫੈਸਲੇ ਉਹਨਾਂ ਨੇ ਲਏ ਨੇ। ਫੈਸਲਾ ਲਿਆ ਸਭ ਤੋਂ ਪਹਿਲਾਂ ਕਿ ਕਾਂਗਰਸ ਦੇ ਵਿੱਚ ਇੱਕ ਵਿਅਕਤੀ ਇੱਕ ਅਹੁਦਾ ਹੀ ਰਹੇਗਾ। ਅੱਗੇ ਹੁੰਦਾ ਹੋਊਗਾ ਕਿ ਇੱਕ ਵਿਅਕਤੀ ਨੂੰ ਬਹੁਤ ਸਾਰੇ ਅਹੁਦੇ ਦਿੱਤੇ ਹੋਣਗੇ, ਹੁਣ ਇੱਕ ਹੀ ਅਹੁਦਾ ਰਹੂਗਾ ਇੱਕ ਵਿਅਕਤੀ ਦੇ ਕੋਲ, ਔਰ ਇੱਕ ਪਰਿਵਾਰ ਦੇ ਮੈਂਬਰ ਦੇ ਕੋਲ ਜਿਹੜੀ ਟਿਕਟ ਹੋਏਗੀ ਦੂਸਰੇ ਦੇ ਕੋਲ ਨਹੀਂ ਹੋਏਗੀ, ਯਾਨੀ ਕਿ ਉਸ ਪਰਿਵਾਰ ਚੋਂ ਕਿਸੇ ਦੂਸਰੇ ਮੈਂਬਰ ਨੂੰ ਟਿਕਟ ਨਹੀਂ ਦਿੱਤੀ ਜਾਊਗੀ। ਹਾਂ, ਸ਼ਰਤ ਇਹ ਹੈ ਕਿ ਉਸ ਬੰਦੇ ਨੇ ਜਾਂ ਉਸ ਪਰਿਵਾਰ ਦੇ ਮੈਂਬਰ ਨੇ 5 ਸਾਲ ਤੋਂ ਵੱਧ ਦਾ ਸਮਾਂ ਪਾਰਟੀ ਨੂੰ ਦਿੱਤਾ ਹੋਊਗਾ, ਫਿਰ ਵਿਚਾਰਿਆ ਜਾ ਸਕਦਾ ਹੈ ਕਿ ਉਹਦੇ ਪਰਿਵਾਰ ਨੂੰ ਦੂਸਰਾ ਮੌਕਾ ਦੇਣਾ ਹੈ। ਇਹਦੇ ਨਾਲ ਹੀ ਨਾਲ 2 ਅਕਤੂਬਰ ਤੋਂ ਉਹਨਾਂ ਨੇ ਕਿਹਾ ਕਿ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਅਸੀਂ ਭਾਰਤ ਜੋੜ ਯਾਤਰਾ ਕੱਢਾਂਗੇ ਤੇ ਜ਼ਿਲ੍ਹਾ ਪੱਧਰ ਤੇ 15 ਜੂਨ ਤੋਂ ਜਿਹੜੀ ਹੈ ਜਨ ਜਾਗਰਣ ਯਾਤਰਾ ਸ਼ੁਰੂ ਹੋਊਗੀ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਾਨੂੰ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਾ ਪਊਗਾ ਜੇਕਰ ਕਾਂਗਰਸ ਪਾਰਟੀ ਨੂੰ ਮੁੜ ਤੇ ਸੱਤਾ ਤੇ ਲੈ ਕੇ ਆਉਣਾ, ਮੁੜ ਤੋਂ ਲੀਕ ਤੇ ਖੜਾ ਕਰਨਾ ਹੈ। ਸੋ ਪਾਰਟੀ ਨੂੰ ਦੁਬਾਰਾ ਖੜਾ ਕਰਨ ਦੇ ਲਈ ਇਹੋ ਜਿਹੇ ਇਹਨਾਂ ਨੇ ਜਿਹੜੇ ਮੈਂ ਕਹੂੰਗੀ ਫੈਸਲੇ ਲਏ ਨੇ, ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਵਿੱਚ ਕੋਈ ਖਾਸ ਮਜ਼ਬੂਤੀ ਹੈ? ਦੇਖੋ, ਗੱਲ ਇਹ ਹੈ ਕਿ ਇਸ ਤਰ੍ਹਾਂ ਦੀਆਂ ਡਰਾਮੇਬਾਜ਼ੀਆਂ ਦੀਆਂ ਪਾਰਟੀਆਂ ਕਰਦੀਆਂ ਰਹਿੰਦੀਆਂ ਨੇ। ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਯਾਤਰਾ ਕੱਢ ਲਈ, ਪਹਿਲਾਂ ਇੱਕ ਰਥ ਯਾਤਰਾ ਵਾਲਾ ਸਿਸਟਮ ਸ਼ੁਰੂ ਹੋਇਆ ਸੀਗਾ ਕਿ LK ਅਡਵਾਨੀ ਹੋਰੀ ਰਥ ਯਾਤਰਾ ਕੱਢਦੇ ਰਹੇ ਰਾਮ ਮੰਦਿਰ ਨੂੰ ਲੈ ਕੇ, ਤੋਂ ਬੜਾ ਕੁਛ। ਮਤਲਬ ਗੱਲ ਇਹ ਹੈਗੀ ਹੈ ਕਿ ਭਾਰਤ ਨੂੰ ਜੋੜਨ ਦਾ ਇਹ ਸਵਾਲ ਕਿਉਂ ਪੈਦਾ ਹੋਇਆ? ਭਾਰਤ ਕੋਈ ਟੁੱਟਿਆ ਤਾਂ ਨਹੀਂਗਾ। ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਇੱਕੋ ਹੀ ਹੈ। ਜੋੜਨ ਤੁਸੀਂ ਕੀ ਚੱਲੇ ਹੋ? ਮਤਲਬ ਜੋੜਨ ਤੁਸੀਂ ਕੀ ਚੱਲੇ? ਬਿਲਕੁਲ, ਕੀ ਜੋੜਨਾ ਚਾਹੁੰਦੇ ਹੋ? ਮਤਲਬ ਲੋਕਾਂ ਨੂੰ ਜੋੜਨਾ ਚਾਹੁੰਦੇ ਹੋ? ਹਾਂ, ਜਾਂ ਫਿਰ ਤੁਸੀਂ ਮਤਲਬ ਕੋਈ ਉੱਥੋਂ ਦਾ ਮੌਸਮ ਇਧਰ ਜੋੜਨਾ ਚਾਹੁੰਦੇ ਹੋ, ਜਾਂ ਉਹਨਾਂ ਦਾ ਖਾਣ ਪੀਣ ਇੱਥੇ ਜੋੜਨਾ ਚਾਹੁੰਦੇ ਹੋ, ਉਹਨਾਂ ਦਾ ਸੱਭਿਆਚਾਰ ਸਾਡੇ ਨਾਲ ਜੋੜਨਾ ਚਾਹੁੰਦੇ ਹੋ? ਕੋਈ ਬੰਦਿਸ਼ ਹੈ ਹੀ ਨਹੀਂ ਗੀ ਜੀ। ਤੁਸੀਂ ਇੱਥੋਂ ਜਹਾਜ਼ ਲਓ, ਤੁਸੀਂ ਇੱਥੋਂ ਗੱਡੀ ਲਓ, ਬੱਸ ਲਓ, ਆਪਣੀ ਗੱਡੀ 'ਚ ਜਾਓ, ਇੱਥੋਂ ਕਸ਼ਮੀਰ ਤੋਂ ਤੁਰੋ, ਕੰਨਿਆ ਕੁਮਾਰੀ ਪਹੁੰਚ ਜਾਓ, ਠੀਕ, ਤੁਹਾਨੂੰ ਕੋਈ ਨਹੀਂ ਰੋਕੇਗਾ। ਲੋਕ ਉਵੇਂ ਪਿਆਰ ਨਾਲ ਮਿਲਣਗੇ। ਮੈਨੂੰ ਇਹ ਜੋੜ ਤੋੜ ਦਾ ਮਤਲਬ ਸਮਝ ਨਹੀਂ ਆਇਆ। ਹਾਂ, ਇਹ ਕਾਰਨ ਇਹ ਹੁੰਦਾ ਕਿ ਆਪਣੇ ਆਪ ਨੂੰ ਲਾਈਮਲਾਈਟ 'ਚ ਲਿਆਉਣ ਵਾਸਤੇ ਸਿਆਸੀ ਪਾਰਟੀਆਂ ਇਹ ਜਿਹੀ ਡਰਾਮੇਬਾਜ਼ੀ ਕਰਦੀਆਂ ਰਹਿੰਦੀਆਂ ਤੋਂ ਇਹਨਾਂ ਨੇ ਕੀਤੀ ਹੈ ਜੀ। ਹੁਣ ਰਾਹੁਲ ਗਾਂਧੀ ਨੇ ਪੁੱਛਿਆ ਜਾਵੇ ਕਿ ਤੁਹਾਨੂੰ ਹੁਣ ਖਿਆਲ ਆਇਆ ਵੀ ਲੋਕਾਂ ਨਾਲ ਸੰਪਰਕ ਪੈਦਾ ਕਰੋ। ਪੰਜਾਬ ਦੇ ਮਸਲੇ ਤੇ ਤਾਂ ਤੁਸੀਂ ਲੋਕਾਂ ਤੋਂ ਪੁੱਛਿਆ ਨਾ ਜੀ। ਉਹ ਅੰਬਿਕਾ ਸੋਨੀ ਤੋਂ ਪੁੱਛ ਲਿਆ ਤੁਸੀਂ, ਪੰਜਾਬ ਦਾ ਮੁੱਖ ਮੰਤਰੀ ਕਿਹਨੂੰ ਬਣਾਇਆ ਜਾਵੇ। ਤਾਂ ਉਸ ਸੰਦਰਭ ਦੇ ਵਿੱਚ ਜਿਹੜੇ ਸੁਨੀਲ ਜਾਖੜ ਨੇ ਬਿਲਕੁਲ ਖਫਾ ਹੋਣੇ ਚਾਹੀਦੇ ਨੇ ਜੀ, ਔਰ ਉਹਨਾਂ ਦੀ ਨਾਰਾਜ਼ਗੀ ਕਾਫੀ ਨਾਰਾਜ਼ਗੀ ਔਰ ਜਿਵੇਂ ਉਹਨਾਂ ਨੇ ਅਲਵਿਦਾ ਕਹੀ ਹੈ ਭਿਉਂ ਭਿਉਂ ਕੇ ਜਿਵੇਂ ਮਾਰੀਆਂ ਇਹਨਾਂ ਦੇ, ਇਹਨਾਂ ਨੂੰ ਅਹਿਸਾਸ ਤੱਕ ਨਹੀਂ ਹੋਇਆ। ਔਰ ਗੱਲ ਇਹ ਹੈਗੀ ਹੈ ਕਿ ਤੁਸੀਂ ਲੋਕ ਰਾਏ ਤੇ ਤਾਂ ਤੁਸੀਂ ਖਿਲਾਫ ਭੁਗਤਦੇ ਹੋ। ਔਰ ਵੱਡੀ ਗੱਲ ਸਰ ਇਹ ਹੈ ਕਿ ਪਾਰਟੀ ਦੇ ਵਿੱਚ ਜਿਹਦੇ ਉੱਤੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਉਹਦੇ ਤੇ ਤਾਂ ਕਾਰਵਾਈ ਕਰਦੇ ਨਹੀਂ ਪਏ। ਸੋ ਜਿਹਦੇ ਤੇ ਨਹੀਂ ਕਰਨੀ ਚਾਹੀਦੀ ਹੈ, ਜਿਹਨੇ ਪੂਰੀ ਇਮਾਨਦਾਰੀ ਦੇ ਨਾਲ ਪਾਰਟੀ ਦਾ ਸਾਥ ਦਿੱਤਾ, ਉਹਦੇ ਤੇ ਬੜੀ ਛੇਤੀ ਕਾਰਵਾਈ ਇਹਨਾਂ ਨੇ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਦੇਖੋ ਕਿ ਤੁਹਾਡੇ ਇੱਕ ਆਗੂ ਨੇ ਪੰਜਾਬ ਦੇ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਮਤਲਬ ਕਾਂਗਰਸ ਦੀ ਭਾਵੇਂ ਸਰਕਾਰ ਰਹੀ, ਉਹਦੇ ਮੁੱਖ ਮੰਤਰੀ ਦੀਆਂ ਜੜ੍ਹਾਂ ਵੱਢੀਆਂ, ਜੇ ਕੋਈ ਹੋਰ ਉੱਚ ਅਹੁਦੇ ਤੇ ਪਹੁੰਚਿਆ ਉਹਦੀਆਂ ਜੜ੍ਹਾਂ ਵੱਢੀਆਂ, ਔਰ ਪਾਰਟੀ ਦੀਆਂ ਪਾਲਿਸੀਜ਼ ਦੇ ਖਿਲਾਫ ਉਹ ਆਲੋਚਨਾ ਕਰਦਾ ਰਿਹਾ। ਔਰ ਕਿਹੜਾ ਮਤਲਬ ਇਹੋ ਜਿਹਾ ਕੰਮ ਹੈ ਕੀਤਾ ਉਹਨੇ ਜਿਹੜਾ ਪਾਰਟੀ ਦੇ ਹੱਕ 'ਚ ਜਾਂਦਾ ਹੋਵੇ ਜੀ, ਠੀਕ। ਉਸ ਸ਼ਖਸ ਦਾ ਨਾਂ ਨਵਜੋਤ ਸਿੱਧੂ ਆ, ਕਹਿਣ 'ਚ ਕੋਈ ਡਰ ਨਹੀਂ ਸਾਨੂੰ। ਔਰ ਉਹ ਪੈਰਲਲ ਪ੍ਰੋਗਰਾਮ ਚਲਾਉਂਦਾ ਰਿਹਾ, ਉਹਨੂੰ ਤੁਸੀਂ ਕੁਝ ਨਹੀਂ ਕਿਹਾ, ਕੁਝ ਵੀ ਨਹੀਂ ਕਿਹਾ। ਜਦੋਂ ਸੁਨੀਲ ਜਾਖੜ ਜਿਨ੍ਹਾਂ ਦਾ 50 ਸਾਲ ਜਿਨ੍ਹਾਂ ਨੇ ਕਾਂਗਰਸ ਦੇ ਨਾਲ ਬਿਤਾਏ ਨੇ, ਔਰ ਜਿਨ੍ਹਾਂ ਦੇ ਵਕਾਰ ਦੇ ਉੱਪਰ ਔਰ ਜਿਨ੍ਹਾਂ ਦੀ ਸੂਝ ਦੇ ਉੱਪਰ, ਜਿਨ੍ਹਾਂ ਦੇ ਜ਼ਮੀਰ ਉੱਪਰ ਕੋਈ ਦਾਗ ਨਹੀਂਗਾ, ਉਸ ਵਿਅਕਤੀ ਨੂੰ ਤੁਸੀਂ ਇੱਕ ਨਕਸ ਜਿਹਾ ਇਲਜ਼ਾਮ ਲਾ ਕੇ ਕਹਿਤਾ ਕਿ ਜੀ ਇਹ ਹਿੰਦੂ ਹੈ ਤੇ ਹਿੰਦੂ ਨੂੰ ਮੁੱਖ ਮੰਤਰੀ ਨਹੀਂ ਬਣਨਾ ਚਾਹੀਦਾ। ਇਹ ਅੰਬਿਕਾ ਸੋਨੀ ਨੇ ਮਤਲਬ ਕੀਤਾ। ਤੇ ਅੰਬਿਕਾ ਸੋਨੀ ਬਜ਼ਾਤੇ ਖੁਦ ਕੀ ਹੈ? ਅੰਬਿਕਾ ਸੋਨੀ ਜੇ ਇੱਥੇ ਕਿਤੇ ਖੜੀ ਹੋਵੇ, ਉਹਨੂੰ ਇੱਕ ਵੋਟ ਨਾ ਪਵੇ, ਠੀਕ ਹੈ, ਨਾ ਉਹ ਚੰਗੀ ਬੁਲਾਰੀ ਹੈ, ਠੀਕ ਹੈ, ਨਾ ਉਹਦਾ ਕੋਈ ਹੋਰ ਯੋਗਦਾਨ ਹੈ, ਬਸ ਉਹਦਾ ਇੱਕ ਪਿਛੋਕੜ ਹੈ ਸਿਆਸੀ ਜਿਹਾ, ਔਰ ਉਹ ਵੀ ਇੱਕ ਖਾਸ ਬਲਬੂਤੇ ਤੇ ਹੀ, ਖਾਸ ਕਾਰਨ ਕਰਕੇ ਉਹਦੇ ਬਲਬੂਤੇ ਤੇ ਇਹ ਸਾਰਾ ਕੁਝ। ਤੁਸੀਂ ਲੋਕਾਂ ਦੀ ਤਰ੍ਹਾਂ ਲੈਂਦੇ ਨਹੀਂ ਜੀ, ਔਰ ਹਰ ਵਾਰੀ ਉਸ ਬੀਬੀ ਨੂੰ ਤੁਸੀਂ ਮਤਲਬ ਸਮਝ ਲਿਆ ਕਿ ਵੀ ਉਹੀ ਸਾਰੇ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਹੈ, ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਦੀ ਪ੍ਰਤੀਨਿਧ ਹੈ।
ਤੋ ਇਹ ਗੱਲ ਗਲਤ ਸੀ ਨਾ ਫਿਰ। ਤੋ ਹੁਣ ਤੁਹਾਨੂੰ ਯਾਦ ਆ ਗਿਆ ਕਿ ਲੋਕਾਂ ਨਾਲ ਸੰਪਰਕ ਕਰੀਏ। ਫਿਰ ਇਹ ਹੈ ਕਿ ਲੋਕਾਂ ਨਾਲ ਸੰਪਰਕ ਕਰਨ ਵਾਸਤੇ ਰਾਹੁਲ ਗਾਂਧੀ ਨੇ ਬਜ਼ਾਤੇ ਖੁਦ ਜਾਂ ਸੋਨੀਆ ਗਾਂਧੀ ਨੇ ਕਿੰਨੀ ਕੁ ਜਨ ਸੰਪਰਕ ਮੁਹਿੰਮ ਪੰਜਾਬ 'ਚ ਚਲਾਈ ਜਾਂ ਉਹਨਾਂ ਸੂਬਿਆਂ 'ਚ ਚਲਾਈ ਜਿੱਥੇ ਚੋਣਾਂ ਸਨ। ਗੱਲ ਤੁਸੀਂ ਉਹ ਕਰੋ ਜਿਸ ਗੱਲ ਦੇ ਵਿੱਚ ਕੋਈ ਪ੍ਰੈਕਟੀਕੈਲਿਟੀ ਹੋਵੇ। ਹੁਣ ਤੁਸੀਂ ਇੱਕ ਹੋਰ ਮੁੱਦਾ ਪਾ ਦੋਗੇ 5 ਜੀ ਜਿਹੜੇ ਸਾਲ ਜਿਸ ਨੇ ਲਾਏ ਹੋਣਗੇ ਪਾਰਟੀ ਉਹਦੀ ਦੂਜੀ ਟਿਕਟ ਤੇ ਵਿਚਾਰ ਕੀਤਾ ਜਾ ਸਕਦਾ ਹੈ। ਇਹ ਵੀ ਕੀ ਮਤਲਬ ਕ੍ਰਾਈਟੇਰੀਆ ਹੈ? ਜਿਹੜਾ ਬੰਦਾ ਇੱਕ ਪਰਿਵਾਰ ਦੇ ਵਿੱਚ ਮੰਨ ਲਓ ਕਿ ਉਹਦਾ ਹੋਰ ਕੋਈ ਯੋਗਦਾਨ ਹੈ ਕਿਸੇ ਖੇਤਰ 'ਚ ਉਹ ਪਾਰਟੀ ਨੂੰ ਸਮਰਪਿਤ ਹੈ, ਭਾਵੇਂ ਉਹ 2 ਸਾਲ ਪਹਿਲਾਂ ਆਇਆ, ਪਰ ਬੰਦੇ ਦੇ ਪਹਿਲੇ ਦੇ ਕਦਮ ਤੋਂ ਪਤਾ ਲੱਗ ਜਾਂਦਾ ਹੁੰਦਾ ਇਹ ਪਾਰਟੀ ਪ੍ਰਤੀ ਕਿੰਨਾ ਕੁ ਸਮਰਪਿਤ ਹੈ। ਜੀ ਬਿਲਕੁਲ। ਔਰ ਤੁਸੀਂ ਇਹ ਦੇਖੋ ਸਰ, ਸੁਨੀਲ ਜਾਖੜ ਹੋਣਾ ਦਾ ਜਿਹੜਾ ਪਿਛੋਕੜ ਹੈ ਉਹ ਵੀ ਕੁਝ ਇਸ ਤਰ੍ਹਾਂ ਦਾ ਨਹੀਂ ਸੀਗਾ ਕਿ ਉਹਨਾਂ ਨੇ ਕਦੀ ਪਾਰਟੀ ਦੇ ਆਪਣੇ ਹੀ ਬੰਦਿਆਂ ਨੂੰ ਭੰਡਿਆ ਹੋਵੇ ਜਾਂ ਹਾਈ ਕਮਾਂਡ ਨੂੰ ਭੰਡਿਆ ਹੋਵੇ। ਨਵਜੋਤ ਸਿੰਘ ਸਿੱਧੂ ਨੇ ਜਦੋਂ ਕਾਂਗਰਸ ਪਾਰਟੀ ਨਹੀਂ ਸੀ ਜੁਆਇਨ ਕੀਤੀ ਉਦੋਂ ਸੋਨੀਆ ਗਾਂਧੀ ਬਾਰੇ ਕੀ ਕਹਿੰਦੇ ਸਨ, ਮਨਮੋਹਨ ਸਿੰਘ ਬਾਰੇ ਕੀ ਕਹਿੰਦੇ ਸਨ, ਰਾਹੁਲ ਗਾਂਧੀ ਬਾਰੇ ਕੀ ਕਹਿੰਦੇ ਸਨ ਔਰ ਕਿਹੋ ਜਿਹੇ ਬੇਤੁਕੇ ਚੁਟਕਲੇ ਬਣਾ ਕੇ ਉਹ ਲੋਕਾਂ ਦੇ ਅੱਗੇ ਪੇਸ਼ ਕਰਦੇ ਸਨ। ਇਹਨਾਂ ਨੇ ਨਾ ਤਾਂ ਮੈਨੂੰ ਲੱਗਦਾ ਉਹ ਸੁਣੇ ਨੇ, ਜੇ ਸੁਣੇ ਵੀ ਨਹੀਂ ਤੇ ਇਹਨਾਂ ਨੂੰ ਜਾਂ ਤਾਂ ਸਮਝ ਨਹੀਂ ਲੱਗੇ ਤੇ ਉਹ ਸਾਡੇ ਉੱਤੇ ਕਿੰਨਾ ਵੱਡਾ ਤਵਾ ਲਗਾਉਂਦੇ ਹੁੰਦੇ ਸੀ। ਇਹਨਾਂ ਨੂੰ ਸਭ ਸਮਝ ਆ ਗਈ। ਦਰਅਸਲ ਕਾਂਗਰਸ ਦਾ ਨਾ ਇੱਕ ਕਹਿ ਲੋ ਅਜੀਬ ਕਿਸਮ ਦਾ ਕਰੈਕਟਰ ਰਿਹਾ। ਉੱਥੇ ਇਹ ਹੈ ਕਿ ਜਿਹੜੇ ਤੁਹਾਡੇ ਬਹੁਤ ਜ਼ਿਆਦਾ ਵੱਡੇ ਚਮਚੇ ਨੇ ਨਾ, ਉਹਨਾਂ ਨੂੰ ਉਹ ਚਮਚਾਗਰੀ ਦਾ ਸਿਲਾ ਤੁਸੀਂ ਜ਼ਰੂਰ ਦਿਓ, ਜੋ ਕਹਿੰਦੇ ਆ ਕਹੀ ਜਾਣ, ਪਰ ਉਹ ਤੁਹਾਨੂੰ ਜੇ ਸਮਰਪਿਤ ਨੇ ਨਾ, ਉਹ ਕਿਸੇ ਦੇ ਖਿਲਾਫ ਬੋਲਣ, ਠੀਕ ਹੈ, ਉਹਨਾਂ ਦਾ ਅਤੀਤ ਕੋਈ ਵੀ ਹੋਵੇ, ਪਰ ਜਦੋਂ ਉਹ ਦਸਤਾਰ ਆ ਕੇ ਤੁਹਾਡੇ ਕਦਮਾਂ 'ਚ ਰੱਖ ਦੇਣ ਨਾ, ਤਾਂ ਫਿਰ ਤੁਸੀਂ ਉਹਨਾਂ ਨੂੰ ਬਖਸ਼ ਦਿਓ ਔਰ ਫਿਰ ਉਹ ਜੋ ਊਲ ਜਲੂਲ ਬੋਲਦੇ ਆ ਉਹਦੇ ਵੱਲ ਧਿਆਨ ਨਾ ਦਿਓ। ਤੇ ਠੋਕੋ ਤਾਲੀ ਦੇ ਸੰਬੰਧ ਵਿੱਚ ਵੀ ਇਹੋ ਜਿਹਾ ਦ੍ਰਿਸ਼ਟੀਕੋਣ ਤੇ ਨਜ਼ਰੀਆ ਅਪਣਾਇਆ ਗਿਆ। ਤੁਹਾਨੂੰ ਪਤਾ ਗਿਆਨੀ ਜ਼ੈਲ ਸਿੰਘ ਹੋਰਾਂ ਦੀ ਇੱਕੋ ਇੱਕ ਲਿਆਕਤ ਕੀ ਸੀ ਕਿ ਉਹ ਸੰਜੇ ਗਾਂਧੀ ਦੀ ਜੁੱਤੀ ਮਤਲਬ ਪਾ ਦਿੰਦੇ ਸੀ, ਸਾਫ਼ ਕਰ ਦਿੰਦੇ ਸੀ। ਔਰ ਇੰਦਰਾ ਗਾਂਧੀ ਨੂੰ ਪਤਾ ਸੀ ਵੀ ਇਹ ਬੰਦਾ ਹੋਰ ਜੋ ਮਰਜ਼ੀ ਹੋ ਜੇ, ਇਹ ਬੰਦਾ ਸਾਨੂੰ ਛੱਡ ਨਹੀਂ ਸਕਦਾ। ਜਦੋਂ ਕਿ ਇੰਦਰਾ ਗਾਂਧੀ ਨੂੰ ਤੁਹਾਨੂੰ ਪਤਾ ਇੱਕ ਵਕਤ ਤੇ ਜਦੋਂ ਜਨਤਾ ਪਾਰਟੀ ਹੋਣੀ ਚਾਹੀ ਉਸ ਤੋਂ ਪਹਿਲਾਂ ਸਾਰੇ ਛੱਡ ਗਏ ਸੀ, ਬਾਬੂ ਜਗਜੀਵਨ ਰਾਮ ਵੀ ਛੱਡ ਗਏ ਸੀ, ਹਨਾ, ਪਰ ਗਿਆਨੀ ਜ਼ੈਲ ਸਿੰਘ ਨਹੀਂ ਛੱਡੇ ਔਰ ਗ੍ਰਹਿ ਮੰਤਰੀ ਬਣੇ, ਫਿਰ ਰਾਸ਼ਟਰਪਤੀ ਬਣੇ ਔਰ ਪਹਿਲਾਂ ਉਹ ਤੁਹਾਨੂੰ ਪਤਾ ਪੰਜਾਬ ਦੇ ਮੁੱਖ ਮੰਤਰੀ ਰਹੇ। ਸੋ ਇਹ ਬੰਦਿਆਂ ਨੂੰ ਨਾ ਇਹ ਨਾਲ ਲਾ ਕੇ ਰੱਖਦੇ ਨੇ। ਜਿਹੜੀ ਅੰਬਿਕਾ ਸੋਨੀ ਹੈ, ਜੋ ਉਹਦੇ ਸੰਬੰਧ ਵਿੱਚ ਕਿਹਾ ਗਿਆ ਕਿ ਇਹ ਜਦੋਂ ਕੋਈ ਬੰਦਾ ਬੇਜ਼ਮੀਰਾ ਹੀ ਹੋ ਜਾਏ, ਕੋਈ ਔਰਤ ਬੇਜ਼ਮੀਰੀ ਹੋ ਜਾਏ ਔਰ ਉਸ ਫਿਰ ਪਰਿਵਾਰ ਜਿਹੜਾ ਹੁੰਦਾ ਨਾ ਉਹ ਕਹਿੰਦਾ ਯਾਰ ਚੱਲ ਠੀਕ ਹੈ, ਇੰਨੀ ਦੇਰ ਤੋਂ ਆਪਾਂ ਕਹਿ ਦਿੰਦੇ ਨਾ ਕਿ ਇੱਕ ਨੌਕਰ ਵੀ ਜੇ ਘਰੇ ਕੰਮ ਕਰਦਾ ਹੈ 25 ਸਾਲ ਤੋਂ 25 ਸਾਲ ਆਪਾਂ ਨੂੰ ਉਹਦੇ ਨਾਲ ਇੱਕ ਅਜੀਬ ਕਿਸਮ ਦੀ ਮੁਹੱਬਤ ਹੁੰਦੀ ਹੈ, ਲਗਾਵ ਹੋ ਜਾਂਦਾ ਔਰ ਆਪਾਂ ਇਹ ਕਹਿੰਦੇ ਵੀ ਯਾਰ ਜੋ ਮਰਜ਼ੀ ਹੋ ਜਾਏ ਆਪਾਂ ਇਹਨੂੰ ਨਹੀਂ, ਇਹਦੀ ਗੱਲ ਸੁਣਨੀ ਪੈਣੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜੋ ਹੁਣ ਇਹਨਾਂ ਦੇ ਚਿੰਤਨ ਸ਼ਿਵਰ ਤੋਂ ਬਾਅਦ ਨਿਕਲ ਕੇ ਬਾਹਰ ਆਇਆ ਉਹ ਇੰਨਾ ਕੁ ਜ਼ਿਆਦਾ ਮਜ਼ਬੂਤ ਨਹੀਂ ਹੈ ਕਿ ਉਹ ਭਾਜਪਾ ਨੂੰ ਹਿਲਾ ਸਕੇ ਜਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਂਗਰਸ ਨੂੰ ਫਿਰ ਤੋਂ ਜਗਾ ਸਕੇ। ਦੇਖੋ ਸ਼ੀਤਲ, ਦੋ ਗੱਲਾਂ ਨੇ। ਨਰਿੰਦਰ ਮੋਦੀ ਜੀ ਦੀ ਸ਼ੈਲੀ ਹੈ ਜਿਹੜੀ, ਤੇ ਉਹਨਾਂ ਨੇ ਜਿਵੇਂ ਦੇਸ਼ 'ਚ ਲੋਕਾਂ ਦੀ ਮਾਨਸਿਕਤਾ ਬਦਲੀ ਹੈ, ਬਹੁਗਿਣਤੀਵਾਦ ਕਹਿੰਦੇ ਜਿਹਨੂੰ ਆਪਾਂ, ਉਹਨਾਂ ਨੇ ਜਿਵੇਂ ਧਰਮ ਦਾ ਜਿਹੜਾ ਮੋਹਰਾ ਚੱਲਿਆ, ਠੀਕ ਆ, ਉਹ ਵੱਡੀਆਂ ਪਾਰਟੀਆਂ ਦੇ ਵਜ਼ੀਰ ਤੇ ਰਾਜੇ ਰੂਜੇ ਢਾਤੇ ਉਹਨੇ ਜੀ। ਫਿਰ ਉਹ ਜਦੋਂ ਬੋਲਦੇ ਆ ਉਹਨਾਂ ਨੇ ਕਿਹੜਾ ਕੋਈ ਇਤਿਹਾਸ ਪੜ੍ਹ ਕੇ ਬੋਲਣਾ ਹੁੰਦਾ, ਉਹਨਾਂ ਦਾ ਇਤਿਹਾਸ ਵੀ ਆਪਣਾ, ਉਹਨਾਂ ਦਾ ਭੂਗੋਲ ਵੀ ਆਪਣਾ, ਵਿਗਿਆਨ ਵੀ ਆਪਣਾ, ਠੀਕ ਆ, ਉਹ ਸਾਰਾ ਕੁਝ ਉਹਨਾਂ ਦਾ ਆਪਣਾ ਕ੍ਰੀਏਟ ਕੀਤਾ ਹੁੰਦਾ। ਔਰ ਕਿਉਂਕਿ ਸਾਡੇ ਦੇਸ਼ ਦੀ ਤਰਾਸਦੀ ਇਹ ਹੈ ਕਿ ਇੱਥੇ ਅਨਪੜ੍ਹਤਾ ਤੇ ਅੰਧ ਵਿਸ਼ਵਾਸ ਮਤਲਬ ਚਰਮ ਸੀਮਾ ਤੇ ਹੈ। ਇੱਥੇ ਤੁਸੀਂ ਕੋਈ ਆਕਸਫੋਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਲਿਆਓ ਜਿਹੜਾ ਤੁਹਾਨੂੰ ਅੰਕੜਿਆਂ ਨਾਲ ਤੁਸੀਂ ਉਹਦੀ ਗੱਲ ਨਹੀਂ ਮੰਨਣਗੇ। ਮੋਦੀ ਜੀ ਨੇ ਕਹਿਤਾ ਬਸ ਉਹ ਠੀਕ ਹੈ ਕਿ ਬੱਦਲ ਜਦੋਂ ਹੋ ਜਾਂਦੇ ਆ ਉਦੋਂ ਰਡਾਰ ਅਸਰ ਨਹੀਂ ਹੁੰਦਾ, ਕਰ ਨਹੀਂ ਕਰਦਾ, ਉਹ ਮਰ ਜਾਣਗੇ। ਬਿਲਕੁਲ ਇੱਥੇ ਨਾ ਤੁਹਾਨੂੰ ਕੋਈ ਤਰਕ ਵਾਲੀ ਉਹ ਗੱਲ ਨਹੀਂ ਹੈ, ਤੁਹਾਡਾ ਆਪਣਾ ਤਰਕ ਹੋਣਾ ਚਾਹੀਦਾ। ਰਾਹੁਲ ਗਾਂਧੀ ਕਿਉਂ ਫੇਲ ਨੇ? ਕਿਉਂਕਿ ਉਹ ਜਿਵੇਂ ਕਹਿ ਲਓ ਕਿ ਜਦੋਂ ਬੰਦਾ ਇੱਥੇ ਬਹੁਤ ਸਿਆਣੇ ਬੰਦੇ ਦੀ ਜ਼ਰੂਰਤ ਨਹੀਂ ਹੈ। ਇੱਥੇ ਤੁਸੀਂ ਦੇਖਿਆ ਹੋਣਾ ਬਹੁਤ ਸਾਰੇ ਹੁਕਮਰਾਨ ਜਿਹੜੇ ਮਤਲਬ ਬਣੇ ਇੱਥੇ, ਜਿਹੜੇ ਬਹੁਤ ਸਮਝਦਾਰ ਸੀਗੇ, ਉਹਨਾਂ ਨੇ ਦੇਸ਼ ਨੂੰ ਮਤਲਬ ਕਹਿ ਲਓ ਕਿ ਬੜੇ ਹੀ ਨੁਕਸਾਨ ਤੋਂ ਬਚਾਇਆ। ਜਿਵੇਂ ਡਾਕਟਰ ਮਨਮੋਹਨ ਸਿੰਘ ਸੀ, ਆਲਮੀ ਮੰਦੀ ਦੇ ਦੌਰ ਦੇ ਵਿੱਚ ਤੁਹਾਨੂੰ ਪਤਾ ਹੈ ਉਹਨਾਂ ਦਾ ਜਿਹੜਾ ਬੌਧਿਕ ਸਤਰ ਸੀਗਾ ਉਹ ਸਾਹਮਣੇ ਆ ਗਿਆ ਲੋਕਾਂ ਦੇ ਕਿ ਕਿਵੇਂ ਉਹਨਾਂ ਨੇ ਸਾਨੂੰ ਉਸ ਜੰਜਾਲ 'ਚ ਨਹੀਂ ਫਸਣ ਦਿੱਤਾ। ਅੱਛੇ ਫੈਸਲੇ ਕਰਨ ਵਾਲੇ ਲੋਕ ਵੀ ਆਏ। ਲੇਕਿਨ ਹੁਣ ਦੌਰ ਐਸਾ ਹੈ ਕਿ ਇੱਕ ਯਕਦਮ ਬਦਲ ਗਿਆ ਕਿ ਇੱਥੇ ਹੁਣ ਉਹਨਾਂ ਬੰਦਿਆਂ ਦੀ ਲੋੜ ਨਹੀਂ ਜੀ, ਠੀਕ ਹੈ। ਇੱਥੇ ਹੁਣ ਉਹਨਾਂ ਬੰਦਿਆਂ ਦੀ ਲੋੜ ਹੈ ਵੀ ਜਿਹੜੇ ਮਤਲਬ ਗੱਲਾਂ ਕਰ ਸਕਦੇ ਹੋਣ,
ਔਰ ਗੱਲਾਂ ਕਰਨੀਆਂ ਆਂਦੀਆਂ ਹੁਣ ਉਹਨਾਂ ਨੂੰ ਗੱਪ ਮਾਰਨੇ ਆਉਂਦੇ ਹੁਣ ਤੁਸੀਂ ਅਰਵਿੰਦ ਕੇਜਰੀਵਾਲ ਦੇ ਗੱਪ ਦੇਖ ਲਓ। ਬਿਲਕੁਲ ਜੀ ਬਿਲਕੁਲ, ਮੈਂ ਆਉਣ ਵਾਲੀ ਸੀ ਅਰਵਿੰਦ ਕੇਜਰੀਵਾਲ ਦਾ। ਜਦੋਂ ਵੀ ਤੁਸੀਂ ਗੱਪ ਸ਼ਬਦ ਵਰਤਦੇ ਹੋ ਨਾ, ਨਾਲ ਇੱਕ ਚਿਹਰਾ ਕੇਜਰੀਵਾਲ ਜੀ ਦਾ ਜਿਹੜਾ ਸਾਹਮਣੇ ਆ ਜਾਂਦਾ, ਕੇਜਰੀਵਾਲ ਜੀ ਦੇ ਗੱਪ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਨਾਲ ਜਿਹੜੇ ਵੱਜੇ ਹੋਏ ਲੋਕ ਨੇ ਉਹਨਾਂ ਦੇ ਗੱਪ। ਠੀਕ ਹੈ, ਤੇ ਜ਼ਮਾਨਾ ਜਿਹੜਾ ਹੈ ਇਹ ਫਰੇਬ ਦਾ ਜ਼ਮਾਨਾ। ਤੁਹਾਨੂੰ ਇੱਕੋ ਹੀ ਕਲਾ ਆਉਣੀ ਚਾਹੀਦੀ ਹੈ ਕਿ ਤੁਸੀਂ ਲੋਕਾਂ ਨੂੰ ਝੂਠ ਮਾਰ ਕੇ ਵਰਗਲਾਉਣਾ ਕਿਵੇਂ ਹੈ, ਉਹਨਾਂ ਨੂੰ ਧੋਖਾ ਕਿਵੇਂ ਦੇਣਾ। ਔਰ ਕਿਉਂਕਿ ਲੋਕ ਜਿਹੜੇ ਹੁੰਦੇ ਨੇ ਨਾ, ਉਹ ਕਈ ਵਾਰੀ ਇਹ ਹੁੰਦਾ ਕਿ ਮਜਬੂਰੀ ਵਸ ਉਹਨਾਂ ਨੂੰ ਪਤਾ ਹੁੰਦਾ ਕਿ ਧੋਖਾ ਹੋ ਰਿਹਾ ਸਾਡੇ ਨਾਲ, ਉਹਨਾਂ ਨੂੰ ਪਤਾ ਵੀ ਕੱਲ ਨੂੰ ਛਿੱਤਰ ਫਿਰਨਾ ਹੈ, ਉਹਨਾਂ ਨੂੰ ਪਤਾ ਵੀ ਕੱਲ ਡਾਂਗਾ ਖਾਣੀਆਂ ਪੈਣੀਆਂ ਸਾਨੂੰ, ਪਰ ਤੁਹਾਡੇ ਕੋਲ ਕੋਈ ਵਿਕਲਪ ਨਹੀਂ ਜੀ। ਬਿਲਕੁਲ, ਇਹਦੇ ਨਾਲ ਹੀ ਚੱਲ ਅਗਲੇ ਮੁੱਦੇ ਵੱਲ ਜਾਂਦੇ ਆ। ਭਾਰਤੀ ਕਿਸਾਨ ਯੂਨੀਅਨ BKU ਜਿਹੜੀ ਇੱਕ ਪਾਰਟੀ ਬਣੀ ਸੀ, ਕਿਸਾਨ ਯੂਨੀਅਨ, ਇਹ ਹੁਣ ਦੋ ਧੜਿਆਂ 'ਚ ਵੰਡੀ ਗਈ ਹੈ, ਇੱਕ ਤਰ੍ਹਾਂ ਟੁੱਟ ਗਈ ਹੈ। ਨਵਾਂ ਧੜਾ ਜਿਹੜਾ ਬਣਿਆ ਉਹਦੇ ਰਾਜੇਸ਼ ਚੌਹਾਨ ਜਿਹੜੇ ਨੇ ਇਹਦੇ ਪ੍ਰਧਾਨ ਬਣੇ ਨੇ, ਤੇ ਰਾਜੇਸ਼ ਚੌਹਾਨ ਨੇ ਇਹ ਕਿਹਾ ਕਿ ਜਿਹੜੇ ਟਕੈਤ ਭਰਾ ਸਨ ਦੋਨੋਂ, ਇਹ ਹੁਣ ਕਿਸਾਨ ਯੂਨੀਅਨ ਦੇ ਅੰਦਰ ਇੱਕ ਸਿਆਸੀਕਰਨ ਕਰ ਰਹੇ ਸਨ, ਯਾਨੀ ਕਿ ਇਹ ਸਿਆਸਤ ਚਲਾ ਰਹੇ ਸਨ ਇੱਕ ਤਰ੍ਹਾਂ, ਔਰ ਇਹਨਾਂ ਨੇ ਸਿਆਸਤ ਵੱਲ ਜਾਣਾ ਸੀ, ਜਿਸ ਕਾਰਨ ਅਸੀਂ ਇਹਨੂੰ ਹੁਣ ਤੋੜ ਕੇ ਨਵਾਂ ਪ੍ਰਧਾਨ ਜਿਹੜਾ ਬਣ ਗਿਆ। ਵੱਡੀ ਗੱਲ ਉਹਨਾਂ ਨੇ ਕਹੀ ਕਿ ਇਲੈਕਸ਼ਨਾਂ ਦੇ ਵਿੱਚ ਵੀ ਰਾਕੇਸ਼ ਟਕੈਤ ਨੇ ਸਿਆਸੀ ਪਾਰਟੀਆਂ ਦੇ ਕਾਫੀ ਦਬਾਅ ਦੇ ਹੇਠ ਸਨ, ਉਹਨਾਂ ਨੇ ਦਬਾਅ ਦੇ ਹੇਠ ਰਹਿ ਕੇ ਕਾਫੀ ਕੰਮ ਕੀਤਾ। ਉਹ ਕਹਿੰਦੇ ਕਿ ਭਾਰਤੀ ਕਿਸਾਨ ਯੂਨੀਅਨ ਜਿਹੜੀ ਬਣੀ ਸੀ ਇਹ ਸਿਆਸਤ ਤੋਂ ਪਰੇ ਹੋ ਕੇ ਬਣੀ ਸੀ, ਇਹਦੇ ਵਿੱਚ ਸਿਆਸਤ ਦਾ ਕੋਈ ਕੰਮ ਨਹੀਂ ਹੈ। ਸੋ ਰਾਕੇਸ਼ ਟਕੈਤ ਹੋਣੀ ਜਿਹੜੇ ਨੇ ਇਹਨੂੰ ਸਿਆਸਤ ਦੇ ਵਿੱਚ ਲੈ ਕੇ ਆ ਰਹੇ ਸਨ, ਜਿਹਦੇ ਕਾਰਨ ਇਹ ਨਾ ਤਾਂ ਇਹਨਾਂ ਨੇ ਕਦੇ ਕਿਸੇ ਵਰਕਰਾਂ ਦੀ ਸੁਣੀ ਹੈ, ਨਾ ਇਹ ਕਦੀ ਕਿਸੇ ਦੀ ਸਲਾਹ ਜਾਂ ਕਿਸੇ ਕਿਸਾਨ ਦੀ ਸਲਾਹ ਸੁਣਦੇ ਸਨ। ਹੁਣ ਸਿੱਧੀ ਜੀ ਆਪਾਂ ਗੱਲ ਕਰਦੇ ਹਾਂ ਕਿ ਇਹ ਹੁਣ ਦੋ ਧੜਿਆਂ 'ਚ ਵੰਡੇ ਜਾ ਚੁੱਕੇ ਨੇ, ਯਾਨੀ ਕਿ ਆਪਸ ਦੇ ਵਿੱਚ ਹੁਣ ਇਹਨਾਂ 'ਚ ਪਾੜ ਪੈ ਗਿਆ। ਸਰਕਾਰਾਂ ਨੂੰ ਤਾਂ ਇਹਦਾ ਬਹੁਤ ਫਾਇਦਾ ਹੋਊਗਾ, ਤੁਹਾਨੂੰ ਕੀ ਲੱਗਦਾ? ਮੈਨੂੰ ਤਾਂ ਇੱਕ ਇਹਨਾਂ ਦਾ ਜੁਮਲਾ ਨਹੀਂ ਸਮਝ ਆ ਰਿਹਾ। ਉਹ BKU ਉਗਰਾਹਾਂ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਨੇ, ਉਹ ਵੀ ਇਹੀ ਮੁਹਾਰਨੀ ਪੜ੍ਹਦੇ ਰਹੇ ਨੇ, ਔਰ ਇਹ ਜਿਹੜੇ ਰਾਜੇਸ਼ ਜੈਨ ਜੀ ਨੇ ਵੀ ਇਹ ਵੀ ਉਹੀ ਮੁਹਾਰਨੀ ਪੜ੍ਹ ਗਏ, ਪੜ੍ਹਨ ਲੱਗ ਪਏ ਨੇ। ਤੁਸੀਂ ਕਹਿੰਦੇ ਹੋ ਕਿ ਤੁਹਾਡਾ ਰਾਜਨੀਤੀ ਨਾਲ ਕੋਈ ਤਾਲੁਕ ਨਹੀਂ, ਤੇ ਰਾਕੇਸ਼ ਟਕੈਤ ਹੋਰਾਂ ਦਾ ਰਾਜਨੀਤੀ ਨਾਲ ਤਾਲੁਕ ਹੈ। ਮੰਗ ਤੁਹਾਡੀ ਜਿਹੜੀ ਕੋਈ ਵੀ ਹੈ, ਉਹ ਭਾਵੇਂ MSP ਦੀ ਕਾਨੂੰਨੀ ਗਰੰਟੀ ਦੀ ਹੈ ਜਾਂ ਕੋਈ ਹੋਰ ਕਿਸਾਨੀ ਮਸਲਿਆਂ ਨਾਲ ਜੁੜੀ ਮੰਗ ਹੈ, ਉਹ ਵਲਾਦੀਮੀਰ ਪੁਤਿਨ ਨੇ ਤਾਂ ਨਹੀਂ ਪੂਰੀ ਕਰਨੀ। ਬਿਲਕੁਲ, ਕੌਣ ਪੂਰੀ ਕਰੂਗਾ? ਦੇਸ਼ ਦੀ ਸਰਕਾਰ ਪੂਰੀ ਕਰੂਗੀ। ਠੂਠਾ ਤੁਸੀਂ ਉਹਦੀ ਚੌਖਟ ਤੇ ਲੈ ਕੇ ਜਾਓਗੇ, ਤੇ ਫਿਰ ਇਹਦਾ ਮਤਲਬ ਇਹ ਹੈ ਕਿ ਜੇ ਤੁਹਾਡਾ ਰਾਜਨੀਤੀ ਨਾਲ ਤਾਲੁਕ ਹੀ ਕੋਈ ਨਹੀਂ ਤਾਂ ਫਿਰ ਮੂੰਹ ਅਸਮਾਨ ਵੱਲ ਕਰਕੇ ਰੱਬ ਤੋਂ ਮੰਗ ਲਓ, ਸਿੱਧੇ ਉੱਧਰ ਕਿਉਂ ਜਾਂਦੇ? ਹਾਂ ਬਿਲਕੁਲ, ਫਿਰ ਦਿੱਲੀ 'ਚ ਕਿਉਂ ਜਾ ਕੇ ਬੈਠੇ? ਠੀਕ ਹੈ, ਉੱਥੇ ਧਰਨਾ ਕਿਹਦੇ ਵਾਸਤੇ ਲਾਇਆ ਤੁਸੀਂ? ਗੈਰ ਰਾਜਨੀਤਿਕ ਤੁਸੀਂ ਹੋ ਹੀ ਨਹੀਂ ਸਕਦੇ, ਕਿਉਂਕਿ ਜੋ ਕੁਝ ਵੀ ਤੁਹਾਨੂੰ ਹਾਸਲ ਹੋਣਾ ਉਹ ਸਰਕਾਰ ਦੇ ਫੈਸਲੇ ਤੋਂ ਬਾਅਦ ਹੋਣਾ ਜੀ। ਤਿੰਨੋਂ ਖੇਤੀ ਕਾਨੂੰਨ ਰੱਦ ਮੋਦੀ ਸਰਕਾਰ ਨੇ ਪਾਸ ਕੀਤੇ ਸੀ, ਮੋਦੀ ਸਰਕਾਰ ਨੇ ਰੱਦ ਕੀਤੇ ਨੇ। ਤੇ ਜੇ ਤੁਹਾਡਾ ਰਾਜਨੀਤੀ ਨਾਲ ਕੋਈ ਤਾਲੁਕ ਹੀ ਨਹੀਂ ਸੀ ਤਾਂ ਘਰੋਂ ਘਰੀ ਬੈਠ ਕੇ ਮੰਗਾਂ ਦੇਈ ਜਾਂਦੇ, ਆਪੇ ਰੱਦ ਹੁੰਦੇ ਆ। ਸੋ ਇੰਨਾ 1.5 ਸਾਲ ਜਿਹੜਾ ਸਟਰਗਲ ਕਰਨ ਦੀ ਲੋੜ ਹੀ ਨਹੀਂ ਸੀ। ਇੱਕ ਹੋਰ ਗੱਲ ਹੁੰਦੀ ਹੈ, ਦੁਨੀਆ 'ਚ ਐਸੀਆਂ ਐਗਜ਼ਾਮਪਲਸ ਹਨ ਕਿ ਜਦ ਤੱਕ ਤੁਸੀਂ ਕੋਈ ਅੰਦੋਲਨ ਕਰਦੇ ਹੋ ਤੇ ਸੱਤਾ ਦੀ ਤਾਕਤ ਤੁਹਾਡੇ ਹੱਥ 'ਚ ਨਹੀਂ ਆਉਂਦੀ ਜਾਂ ਸੱਤਾ 'ਚ ਤੁਸੀਂ ਭਾਗੀਦਾਰ ਨਹੀਂ ਬਣਦੇ, ਉਨੀ ਦੇਰ ਤੱਕ ਤੁਹਾਡੇ ਹੱਕ 'ਚ ਕੋਈ ਫੈਸਲਾ ਨਹੀਂ ਹੋ ਸਕਦਾ। ਔਰ ਜੇ ਤੁਹਾਡੇ ਹੱਕ 'ਚ ਫੈਸਲਾ ਹੋਵੇਗਾ ਵੀ ਤਾਂ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਜਬੂਰੀ 'ਚ ਕਰ ਲਿਆ ਜਾਵੇਗਾ, ਜਿਵੇਂ ਤਿੰਨੋਂ ਖੇਤੀ ਕਾਨੂੰਨ ਰੱਦ ਹੋਏ। ਪਰ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿੱਤੇ ਜਾਣਗੇ ਕਿ ਤੁਹਾਡੇ ਕੋਲੇ ਕੋਈ ਵਿਕਲਪ ਨਹੀਂ ਰਹੇਗਾ। ਜਿਵੇਂ ਅਦਾਨੀਆਂ ਦੀ ਜਿਹੜੀ ਮੰਡੀ ਹੈ ਸਾਇਲੋ, ਉਹਨੂੰ ਨੋਟੀਫਾਈ ਕਰਤਾ ਇਹਨਾਂ ਨੇ, ਔਰ ਟਰਾਲੀਆਂ ਭਰ ਉੱਥੇ ਪਹੁੰਚ ਗਏ। ਤੇ ਫਿਰ ਉੱਥੇ ਕੀ ਕਰਦੇ ਸੀ? ਦਿੱਲੀ ਜੀ ਹੈ ਨਾ, ਉੱਥੇ ਐਵੇਂ ਮਤਲਬ ਤੁਸੀਂ ਐਡਾ ਵੱਡਾ ਲੱਕੜ ਪੰਗਾ ਲੈ ਕੇ ਬਹਿ ਗਏ ਔਰ ਇੰਨੇ ਖੁਆਰ ਹੋਏ, ਸਾਰਾ ਘਰ ਘਾਟ ਵੀ ਛੱਡਿਆ, ਔਰ ਫਿਰ ਤੁਹਾਨੂੰ ਤਸ਼ੱਦਦ ਦਾ ਸ਼ਿਕਾਰ ਵੀ ਹੋਣਾ ਪਿਆ। ਖੱਟਿਆ ਗਈ ਤੁਸੀਂ, ਮਤਲਬ ਹਾਲਾਤ ਐਸੇ ਪੈਦਾ ਕਰ ਦਿੰਦੇ ਆ ਕਾਰਪੋਰੇਟ, ਔਰ ਉਹਨਾਂ ਤੋਂ ਬਗੈਰ ਬਚਿਆ ਨਹੀਂ ਜਾ ਸਕਦਾ। ਹੁਣ ਤੁਸੀਂ ਦੇਖੋ ਕਿ ਗੁਰਨਾਮ ਸਿੰਘ ਚੜੂਨੀ ਪਹਿਲੇ ਦਿਨ ਤੋਂ ਕਹਿੰਦੇ ਸੀ ਕਿ ਹੁਕਮਰਾਨ ਬਣੋ, ਸਿਆਸੀ ਤਾਕਤ ਜਿੰਨੀ ਦੇਰ ਤੇ ਨਹੀਂ ਆਉਂਦੀ ਉਨੀ ਦੇਰ ਤੱਕ ਤੁਹਾਡਾ ਦੂਰਗਾਮੀ ਫਾਇਦਾ ਨਹੀਂ ਹੋ ਸਕਦਾ। ਫ੍ਰੈਂਚ ਰੈਵੋਲੂਸ਼ਨ ਹੋਇਆ ਤਾਂ ਇਹ ਥੋੜੀ ਸੀਗਾ ਕਿ ਜਿਹੜੇ ਉਸ ਵੇਲੇ ਰੂਲਰ ਸੀਗੇ ਉਹਨਾਂ ਨੇ ਕੁਝ ਮੰਗਾਂ ਮੰਗ ਲਈਆਂ ਰੈਵੋਲੂਸ਼ਨਰੀਜ਼ ਦੀਆਂ, ਨਹੀਂ, ਉਹਨਾਂ ਨੇ ਕੜਛੇ ਕੜਾਹੇ ਬਦਲਤੇ ਸਾਰੇ ਜੀ। ਠੀਕ, ਸਭ ਚੜਾਤੇ ਗੱਡੀ ਉਹਨਾਂ ਨੇ। ਜੇ ਰਸ਼ੀਅਨ ਰੈਵੋਲੂਸ਼ਨ ਹੋਇਆ 1917 ਦੇ ਵਿੱਚ ਤਾਂ ਜ਼ਾਰਸ਼ਾਹੀ ਦਾ ਖਾਤਮਾ ਹੋਇਆ ਜੀ, ਔਰ ਫਿਰ ਸਰਕਾਰ ਬਣੀ ਉੱਥੇ। ਤੇ ਜੇ ਉਹ ਜ਼ਾਰਸ਼ਾਹੀ ਸਿਰਫ ਇਸ ਗੱਲ ਤੱਕ ਹੀ ਉਹ ਸੀਮਿਤ ਹੋ ਜਾਂਦਾ ਕਿ ਜ਼ਾਰਸ਼ਾਹੀ ਉਹਨਾਂ ਦੀਆਂ ਮੰਗਾਂ ਮੰਗ ਲੈਂਦੀ ਕੁਝ, ਠੀਕ ਹੈ, ਤਾਂ ਜੋ ਵੀ ਸੀ ਉਜਰਤ ਦੇ ਸੰਬੰਧ ਦੇ ਵਿੱਚ ਜਾਂ ਲੇਬਰ ਦੇ ਸੰਬੰਧ ਦੇ ਵਿੱਚ, ਤਾਂ ਫਿਰ ਮਤਲਬ ਠੀਕ ਠਾਕ ਸੀ। ਹੁਣ ਇਹ ਕਹੀ ਜਾਂਦੇ ਇੱਕ ਪਾਸੇ, ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ ਤਰ੍ਹਾਂ ਦੀ ਅਕਲ ਦੇ ਮਾਲਕ ਨੇ ਕਿ ਜੀ ਅਸੀਂ ਤਾਂ ਅੰਦੋਲਨ ਹੀ ਕਰਕੇ ਲਵਾਂਗੇ। ਉਹ ਭਾਈ ਤੁਸੀਂ ਖੁਦ ਬਾਦਸ਼ਾਹ ਕਿਉਂ ਨਹੀਂ ਬਣਦੇ? ਔਰ ਦੇਖੋ ਤੁਸੀਂ ਬਾਰ-ਬਾਰ ਅੰਦੋਲਨ ਕਰੋਗੇ, ਪਹਿਲਾਂ ਵੀ 700 ਕਿਸਾਨਾਂ ਦੀਆਂ
ਜਿਹੜੀਆਂ ਜਾਨਾਂ ਚਲੀਆਂ ਗਈਆਂ, ਮੁੜ ਕੇ ਤੁਸੀਂ ਅੰਦੋਲਨ ਕਰੋਗੇ, ਕਿੰਨਿਆਂ ਦਾ ਬਲੀਦਾਨ ਦਓਗੇ? ਬਹੁਤ ਕੁਝ ਸੋਚਣ ਵਾਲਾ ਹੈ ਇਹਦੇ ਬਾਰੇ। ਬਿਲਕੁਲ ਰਾਕੇਸ਼ ਟਕੈਤ ਹੋਰੀ ਜਾਂ ਉਹਨਾਂ ਦੇ ਬ੍ਰਦਰ ਨੇ ਜਿਹੜੇ, ਮੈਨੂੰ ਜਾਂ ਦਾਨਿਸ਼ਮੰਦ ਲੋਕ ਨੇ ਜਿਹੜੇ, ਕੋਈ ਹੋਰ ਵੀ ਨੇ, ਸਿਆਸੀ ਮਾਹਰ ਨੇ, ਚਿੰਤਕ ਨੇ, ਉਹਨਾਂ ਨੇ ਤਾਂ ਸਾਨੂੰ ਕਦੇ ਨਹੀਂ ਲੱਗਿਆ ਕਿ ਉਹਨਾਂ ਨੇ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਕੀਤੀ ਹੋਵੇ ਜਿਹਦੇ 'ਚ ਆਪਾਂ ਕਹੀਏ ਵੀ ਇਹ ਉਹਨਾਂ ਦਾ ਸਿਆਸੀ ਸਵਾਰਥ ਹੈ। ਬਿਲਕੁਲ ਨਹੀਂ। ਔਰ ਉਹ ਤੁਹਾਨੂੰ ਪਤਾ ਵੀ ਪਹਿਲਾਂ ਹੀ ਕਹਿੰਦੇ ਰਹੇ ਕਿ ਅਸੀਂ ਠੀਕ ਹੈ ਲੜਾਈ ਲੜ ਰਹੇ ਹਾਂ, ਉਹਨਾਂ ਦੀ ਆਪਣੀ ਸੋਚ ਹੈ। ਗੁਰਨਾਮ ਸਿੰਘ ਚੜੂੰਨੀ ਦੀ ਆਪਣੀ ਸੋਚ ਸੀ। ਪਰ ਸਵਾਲ ਇਹ ਹੈ ਕਿ 42 ਕਿਸਾਨ ਜਥੇਬੰਦੀਆਂ ਸੀ, 32 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਸੀ, 10 ਕਿਸਾਨ ਜਥੇਬੰਦੀਆਂ ਉੱਥੇ ਸੀ, ਤਾਂ ਪਰ ਇੱਕ ਕਿਸਾਨ ਜਥੇਬੰਦੀ ਕਿਉਂ ਨਹੀਂ ਬਣੀ? ਕਿਉਂ ਨਹੀਂ ਬਣੀ ਜੀ? ਉਹਦਾ ਕਾਰਨ ਇਹ ਹੈ ਕਿ ਹਰ ਜਥੇਬੰਦੀ ਹੈ ਜਿਹੜੀ, ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਸਿੱਧੇ ਜਾਂ ਵਿੰਗੇ ਤਰੀਕੇ ਨਾਲ ਜੁੜੀ ਸਿਆਸਤ ਨਾਲ ਹੀ ਹੋਈ ਹੈ ਜੀ। ਸਿਆਸੀ ਮਤਲਬ ਦਖਲ ਅੰਦਾਜ਼ੀ ਤੋਂ ਬਗੈਰ ਤੁਸੀਂ ਤੁਰ ਹੀ ਨਹੀਂ ਸਕਦੇ। ਔਰ ਸਿਆਸਤ ਤੁਸੀਂ ਕੋਈ ਵੀ ਤੁਸੀਂ ਚਾਲ ਚੱਲੋਗੇ ਉਹਦੇ ਵਿੱਚ ਸ਼ਾਮਿਲ ਹੋਏਗੀ ਜੀ। ਬਿਲਕੁਲ। 23 ਤਾਂ ਜ਼ਿਲ੍ਹੇ ਨੇ ਆਪਣੇ ਤੇ 32 ਕਿਸਾਨ ਜਥੇਬੰਦੀਆਂ ਨੇ, ਤੇ ਹਰ ਕਿਸਾਨ ਜਥੇਬੰਦੀ ਦਾ ਮੂੰਹ ਇੱਕ ਦੂਜੇ ਨਾਲ ਵੱਖਰਾ, ਜੋ ਇੱਧਰ ਨੂੰ ਮੂੰਹ ਆ ਦੂਜੇ ਇੱਧਰ ਨੂੰ ਆ, ਕਿਸੇ ਇੱਧਰ ਨੂੰ ਆ, ਠੀਕ ਹੈ, ਇਵੇਂ ਹਾਲ ਹੈ। ਤੁਸੀਂ ਇੱਕ ਝੰਡੇ ਥੱਲੇ ਇਕੱਤਰ ਨਹੀਂ ਹੋ ਸਕੇ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਕਰੀ ਜਾਂਦੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਅੰਦਰੋਂ ਕਮਜ਼ੋਰ ਹੋ, ਤੁਹਾਨੂੰ ਕਿਸੇ ਹੋਰ ਚੀਜ਼ ਦਾ ਖਿਆਲ ਨਹੀਂ, ਤੁਹਾਡੇ ਆਪਣੇ ਹਿੱਤ ਜਿਹੜੇ ਤੁਹਾਨੂੰ ਪਿਆਰੇ ਨੇ। ਇਹ ਵੀ ਇਹਦੇ ਵਿੱਚ ਬੜਾ ਜ਼ਰੂਰੀ ਹੈ ਸਰ ਕਿ 1.5 ਸਾਲ ਤੁਸੀਂ ਯੂਨਿਟੀ 'ਚ ਰਹੇ ਤਾਂ ਕੁਛ ਨਾ ਕੁਛ ਤਾਂ ਬਣਿਆ ਹੀ ਸੀ। ਚਲੋ ਪੂਰਾ ਨਹੀਂ ਅਸੀਂ ਕਹਿ ਸਕਦੇ, ਪਰ ਇੱਕ ਤੁਹਾਡੀ ਯੂਨਿਟੀ ਦਾ ਜਿਹੜਾ ਡਰ ਸੀ ਸਰਕਾਰਾਂ ਦੇ ਉੱਤੇ ਸੀ। ਪਰ ਜੇਕਰ ਹੁਣ ਤੁਸੀਂ ਆਪ ਹੀ ਲੜੀ ਜਾਓਗੇ, ਆਪ ਹੀ ਫਟੇ ਰਹੋਗੇ, ਤਾਂ ਸਰਕਾਰਾਂ ਨੂੰ ਤਾਂ ਉਸ ਚੀਜ਼ ਦਾ ਫਾਇਦਾ ਹੀ ਹੋਊਗਾ। ਦੇਖੋ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਕੋਲੇ ਬੜਾ ਕੁਛ ਹੁੰਦਾ। ਪਹਿਲੀ ਗੱਲ ਤਾਂ ਉਹਨਾਂ ਕੋਲ ਸੱਤਾ ਦੀ ਤਾਕਤ ਹੁੰਦੀ ਹੈ, ਦੂਜਾ ਉਹਨਾਂ ਕੋਲ ਸਰਮਾਇਆ ਹੁੰਦਾ, ਤੇ ਸਰਮਾਇਆ ਹਰ ਬੰਦੇ ਦੀ ਕਮਜ਼ੋਰੀ ਹੁੰਦਾ। ਉਹ ਭਾਵੇਂ ਤੁਸੀਂ ਹੋ, ਉਹ ਭਾਵੇਂ ਮੈਂ ਹਾਂ ਜੀ। ਹੁਣ ਜੇ ਕੋਈ ਬੰਦਾ ਮੈਨੂੰ ਕਹੇ ਮੈਂ ਇੱਕ ਜਥੇਬੰਦੀ 'ਚ ਸ਼ਾਮਲ ਹਾਂ, ਗੱਲ ਜ਼ਮੀਰ ਦੀ, ਉਹ ਗੱਲ ਵੱਖਰੀ ਹੁੰਦੀ ਹੈ ਕਿ ਕੋਈ ਜ਼ਮੀਰ ਵਾਲਾ ਬੰਦਾ, ਉਹਨੂੰ ਅਗਲਾ ਕਹੇ ਯਾਰ ਤੂੰ ਆਹ ਚੱਕ 20 ਕਰੋੜ ਰੁਪਈਆ, ਮੁੜ ਕੇ ਅੰਦੋਲਨ ਨਾ ਹੋਵੇ ਤੇ ਤੁਸੀਂ ਐਸਾ ਟਿੰਡ 'ਚ ਕਾਨਾ ਪਾਈ ਰੱਖਣਾ ਵੀ ਜਦੋਂ ਇਹ ਇਕੱਠੇ ਹੋਣ ਉਦੋਂ ਇਹਨਾਂ ਦੀਆਂ ਲੀਰਾਂ ਕਰ ਦੇਣੀਆਂ ਜੀ, ਤਾਂ ਇਹ ਬੜੇ ਸਹਿਜੇ ਹੋ ਜਾਂਦਾ। ਮੈਨੂੰ ਇਸ ਟੁੱਟ ਭੱਜ ਚੋਂ ਇਹ ਬੂ ਆ ਰਹੀ ਹੈ ਕਿ ਕੱਲ ਤੱਕ ਤਾਂ ਇਹ ਜੈਨ ਸਾਹਿਬ ਟਕੈਤ ਸਾਹਿਬ ਹੋਰਾਂ ਦੇ ਨਾਲ ਨੇ, ਅੱਜ ਇਹਨਾਂ ਦੇ ਮਤਲਬ ਕਿ ਕੰਡ ਲੜਨ ਲੱਗ ਗਈ ਵੀ ਮਤਲਬ ਇਹ ਹੁਣ ਯਕਦਮ ਹੀ ਇਹਨਾਂ ਨੂੰ ਸਿਆਸੀ ਬੂ ਆਉਣ ਲੱਗ ਪਈ, ਤੇ ਹੁਣ ਇੰਨੀ ਦੇਰ ਤੱਕ ਇਹ ਸਾਰਾ ਕੁਝ ਇੱਕ ਸੋਚੀ ਸਮਝੀ ਪਲੈਨਿੰਗ ਤਹਿਤ ਹੋ ਰਿਹਾ। ਔਰ ਇਹ ਵੀ ਹੋ ਸਕਦਾ ਕਿ ਪ੍ਰਧਾਨ ਬਣਨ ਦੀ ਲਾਲਸਾ ਦੇ ਕਾਰਨ ਵੀ ਆਪਸ ਵਿੱਚ ਲੜਦੇ ਹੋਣ। ਨਹੀਂ, ਇੱਕ ਬਾਹਰੀ ਦਬਾਅ ਵੀ ਹੁੰਦੇ ਨੇ, ਬਾਹਰੀ ਲਾਲਚ ਵੀ ਹੁੰਦੇ ਨੇ। ਜਦੋਂ ਵੀ ਕਿਤੇ ਕੋਈ ਸੰਗਠਨ ਦੇ ਵਿੱਚ ਤ੍ਰਿੜਾਂ ਆਉਂਦੀਆਂ ਨੇ, ਉਦੋਂ ਉਸ ਸੰਗਠਨ ਦੇ ਕਮਜ਼ੋਰ ਪੁਰਜਿਆਂ ਨੂੰ ਲਾਲਚ ਦਿੱਤਾ ਜਾਂਦਾ ਹੈ ਜੀ, ਜਿਹਨੂੰ ਆਪਾਂ ਤੇਲ ਕਹਿੰਦੇ ਆ। ਠੀਕ। ਸੋ ਇਹ ਗੱਲ ਹੈਗੀ ਹੈ ਕਿ ਆਉਣ ਵਾਲਾ ਸਮਾਂ ਇਹ ਨਿਰਧਾਰਿਤ ਕਰੇਗਾ ਕਿ ਰਾਕੇਸ਼ ਟਿਕੈਤ ਹੋਰੀ ਮਤਲਬ ਇਹ ਜੰਗ ਜਿੱਤਦੇ ਨੇ ਜਾਂ ਫਿਰ ਇਹ ਜਿਹੜਾ ਧੜਾ ਇਹ ਮਜ਼ਬੂਤ ਹੁੰਦਾ। ਪਰ ਹਾਲ ਜਿਸ ਤਰ੍ਹਾਂ ਮੈਨੂੰ ਨਜ਼ਰ ਆ ਰਿਹਾ ਉਹ ਇਹ ਹੈ ਕਿ ਰਾਕੇਸ਼ ਟਿਕੈਤ ਹੋਰਾਂ ਦੀ ਜੋ ਬੁਲੰਦ ਸ਼ਖਸੀਅਤ ਸੰਯੁਕਤ ਕਿਸਾਨ ਮੋਰਚੇ 'ਚ ਬਣੀ, ਜੇ ਉਹਨੂੰ ਉਹ ਮੇਨਟੇਨ ਰੱਖ ਜਾਂਦੇ ਨੇ, ਔਰ ਉਹਨਾਂ ਦਾ ਬਿਆਨ ਜਿਹੜਾ ਬੜਾ ਅਹਿਮ ਸੀਗਾ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਨਹੀਂ ਸਮਝਦਾ, ਹਾਂ ਥੋੜਾ ਜਿਹਾ ਜੇ ਇਹ ਹੋ ਜਾਏ ਕਿ ਉਹ ਹੁਕਮਰਾਨੀ ਵਾਲੇ ਪਾਸੇ ਤੋਂ ਉਹਨਾਂ ਦਾ ਝੁਕਾਅ ਹੋ ਜਾਏ ਔਰ ਗੁਰਨਾਮ ਸਿੰਘ ਚੜੂੰਨੀ ਵਾਲਾ ਫਲਸਫਾ ਜਿਹੜਾ ਉਹਨਾਂ ਨੂੰ ਸਮਝ ਆ ਜਾਏ, ਤਾਂ ਫਿਰ ਹਿੰਦੁਸਤਾਨ ਦੇ ਵਿੱਚ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਹੈ, ਇਹਦਾ ਸਾਰਾ ਜਿਹੜਾ ਹੈ ਢੰਗ ਤਰੀਕਾ, ਜਾਂ ਕਹਿ ਲਓ ਕਿਸਾਨਾਂ ਦੇ ਚੰਗੇ ਦਿਨ ਆ ਸਕਦੇ ਨੇ ਜੀ। ਸਾਰੇ ਦੇਸ਼ ਦੇ ਤਾਂ ਅੱਛੇ ਦਿਨ ਆਏ ਨਹੀਂ, ਪਰ ਕਿਸਾਨ ਜੇ ਚਾਹਣ ਉਹਨਾਂ ਦੇ ਚੰਗੇ ਦਿਨ ਆ ਸਕਦੇ ਨੇ ਕਿ ਉਹ ਹੁਕਮਰਾਨ ਬਣਨ ਦੀ ਤਾਕਤ ਰੱਖਦੇ ਨੇ। ਇਹਦੇ ਨਾਲ ਹੀ ਅਗਲੇ ਮੁੱਦੇ ਦੀ ਗੱਲ ਕਰਦੇ ਹਾਂ ਸਰ। ਅਮਰੀਕਾ ਦੇ ਨਿਊਯਾਰਕ ਸ਼ਹਿਰ ਦੇ ਵਿੱਚ ਇੱਕ 18 ਵਰ੍ਹਿਆਂ ਦੇ ਨੌਜਵਾਨ ਨੇ ਸੁਪਰਮਾਰਕੀਟ ਦੇ ਬਾਹਰ ਗੋਲੀਬਾਰੀ ਕੀਤੀ, ਜਿਹਦੇ ਵਿੱਚ 10 ਨੌਜਵਾਨ ਜਿਹੜੇ ਨੇ ਮੌਕੇ ਦੇ ਉੱਤੇ ਹੀ ਉਹਨਾਂ ਦੀ ਮੌਤ ਹੋ ਗਈ। ਹਾਲਾਂਕਿ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਕਹਿੰਦੇ ਉਸ ਵਿਅਕਤੀ ਨੇ ਹੈਲਮਟ ਪਾਇਆ ਹੋਇਆ ਸੀ ਔਰ ਉਹਦੇ ਉੱਤੇ ਕੈਮਰਾ ਵੀ ਲੱਗਿਆ ਹੋਇਆ ਸੀ, ਯਾਨੀ ਕਿ ਜਦੋਂ ਉਹ ਗੋਲੀਬਾਰੀ ਕਰ ਰਿਹਾ ਸੀ ਉਹਨੂੰ ਰਿਕਾਰਡ ਵੀ ਕਰ ਰਿਹਾ ਸੀ। ਪਰ ਇਸ ਸਾਰੀ ਘਟਨਾ ਦੀ ਜਾਂਚ ਜਿਹੜੀ ਹੈ ਪੁਲਿਸ ਵੱਲੋਂ ਕੀਤੀ ਗਈ। ਉਹ ਕਹਿੰਦੇ ਕਿ ਸਿਰਫ ਨਫ਼ਰਤੀ ਜਿਹੜੀ ਨਸਲਵਾਦ ਹੈ ਉਹੀ ਇਹਦਾ ਇੱਕ ਜਿਹੜਾ ਮੁੱਢਲਾ ਕਾਰਨ ਨਜ਼ਰ ਆਇਆ। ਅਮਰੀਕਾ ਦੇ ਵਿੱਚ ਹਮੇਸ਼ਾ ਹੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ ਔਰ ਨਸਲਵਾਦ ਨੂੰ ਲੈ ਕੇ ਅਮਰੀਕਾ ਜਿਹੜਾ ਹਮੇਸ਼ਾ ਅੱਗੇ ਰਿਹਾ, ਉੱਥੇ ਹਮੇਸ਼ਾ ਗੋਰੇ ਕਾਲੇ ਦਾ ਜਿਹੜਾ ਫਰਕ ਆ ਸਾਨੂੰ ਵੇਖਣ ਨੂੰ ਸੁਣਨ ਨੂੰ ਮਿਲਦਾ, ਔਰ ਇਹਦੇ ਕਾਰਨ ਬੜੀ ਵਾਰੀ ਕਈ ਤਰ੍ਹਾਂ ਦੀਆਂ ਹਿੰਸਾ ਹੋਈਆਂ। ਕਦੋਂ ਬਦਲੂਗਾ ਅਮਰੀਕਾ ਦਾ ਇਹ ਰੁਖ? ਦੇਖੋ, ਹਰ ਇੱਕ ਸਮਾਜ ਦੇ ਵਿੱਚ ਨਾ ਇਹੋ ਜਿਹੇ ਤੱਤ ਹੁੰਦੇ ਨੇ ਜਿਨ੍ਹਾਂ ਦੀ ਆਪਣੀ ਇੱਕ ਵੱਖਰੀ ਆਈਡੀਓਲੋਜੀ ਹੁੰਦੀ ਹੈ। ਉਹ ਇਹ ਨਹੀਂ ਸਮਝਦੇ ਹੁੰਦੇ ਕਿ ਇਕੱਲੀਆਂ ਆਈਡੀਓਲੋਜੀਆਂ ਹੀ ਰਹਿ ਜਾਂਦੀਆਂ ਹੁੰਦੀਆਂ, ਬਾਕੀ ਸਾਰਾ ਕੁਝ ਖਤਮ ਹੋ ਜਾਂਦਾ ਜੀ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕਾਂ ਨੂੰ ਅਜੇ ਤੱਕ ਇਨਸਾਨੀਅਤ ਦਾ ਸਬਕ ਸਿੱਖਣਾ ਗਵਾਰਾ ਨਹੀਂ। ਬਾਹਰਲੇ ਗੋਰੇ ਮੁਲਕਾਂ ਦੇ ਵਿੱਚ ਕੀ ਹੈ ਕਿ ਵਾਈਟ ਸੁਪਰਮੇਸੀ ਹੈ ਜਿਹੜੀ, ਕਿ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਕਦੇ ਕਿਸੇ ਸਿਆਹ ਫਾਮ ਨੂੰ ਵੜਨ ਨਹੀਂ ਦਿੱਤਾ ਸੀ ਆਪਣੇ ਮੁਲਕ 'ਚ, ਜਿੱਥੇ ਉਹਨਾਂ ਦਾ ਮਤਲਬ ਗੁਲਾਮਦਾਰੀ ਪ੍ਰਥਾ ਚੱਲਦੀ ਰਹੀ, ਜਿੱਥੇ ਉਹਨਾਂ ਦਾ ਵਪਾਰ ਹੁੰਦਾ ਰਿਹਾ, ਜਿਹੜੇ ਕੱਲ੍ਹ ਤੱਕ ਉਹਨਾਂ ਦੇ ਚਾਕਰ ਸੀਗੇ ਜਿਨ੍ਹਾਂ ਨੂੰ ਖਰੀਦ ਕੇ ਲਿਆਉਂਦੇ ਸੀ, ਤੇ ਅੱਜ ਉਹ ਆਜ਼ਾਦੀ ਨਾਲ ਤੁਰੇ ਫਿਰਦੇ ਆ। ਔਰ ਫਿਰ ਇਹੋ ਜਿਹੇ ਇਲਾਕੇ ਵੀ ਨੇ ਜਿੱਥੇ ਉਹ ਬਹੁਤਾਤ 'ਚ ਨੇ, ਬਹੁਤ ਗਿਣਤੀ 'ਚ ਨੇ, ਔਰ ਇੱਥੋਂ ਤੱਕ ਕਿ ਪੁਲਿਸ ਵਾਲੇ ਵੀ ਉੱਥੇ ਜਾ ਨਹੀਂ ਸਕਦੇ ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਕਾਲੋਨੀਜ਼ ਨੇ ਜੀ। ਔਰ ਉਹਨਾਂ ਦਾ ਬੜਾ ਦਬਦਬਾ ਵੀ ਹੈ, ਔਰ ਉਹ ਫਿਰੌਤੀਆਂ ਵੀ ਲੈਂਦੇ ਆ, ਔਰ ਉਹਨਾਂ ਦੇ ਆਪਣੇ ਮਤਲਬ ਇੱਕ ਵੱਖਰੇ ਨਿਯਮ ਨੇ, ਉਹ ਕਿਸੇ ਹੋਰ ਨਿਯਮ ਨੂੰ ਨਹੀਂ ਮੰਨਦੇ। ਇੱਕ ਤਾਂ ਸਿਆਹ ਫਾਮ ਲੋਕਾਂ ਦੇ ਵਿੱਚ ਇਹ ਨੇ, ਇੱਕ ਉਹ ਨੇ ਜਿਹੜੇ ਪੜ੍ਹ ਲਿਖ ਗਏ ਨੇ, ਔਰ ਤੁਸੀਂ ਵੇਖਿਆ ਹਾਲੀਵੁੱਡ ਦੇ ਵਿੱਚ ਵੀ ਉਹਨਾਂ ਦਾ ਦਬਦਬਾ ਹੈ, ਕਿੰਨੇ ਉਮਦਾ ਕਲਾਕਾਰ ਨੇ ਜੀ। ਔਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਵਾਈਟ ਸੁਪਰਮੇਸੀ ਦੇ ਸਵਾਲ ਦੇ ਉੱਤੇ ਉਹ ਸਮਝਦੇ ਨੇ ਕਿ ਵੀ ਇਨਸਾਨੀਅਤ ਦਾ ਪਰਚਮ ਬੁਲੰਦ ਹੋਣਾ ਚਾਹੀਦਾ, ਇਹ ਫਰਕਾਤ ਨਹੀਂ ਹੋਣੇ ਚਾਹੀਦੇ, ਇਹ ਫਰਕ ਨਹੀਂ ਹੋਣੇ ਚਾਹੀਦੇ। ਆਦਮੀ ਨੂੰ ਆਦਮੀ ਦੇ ਰੰਗ, ਆਦਮੀ ਦੀ ਨਸਲ, ਊਚ ਨੀਚ, ਜ਼ਾਤ ਪਾਤ ਦੇ ਆਧਾਰ ਦੇ ਉੱਤੇ ਪਰਖਿਆ ਨਹੀਂ ਜਾਣਾ ਚਾਹੀਦਾ। ਫਰਕ ਨੂੰ ਮਤਲਬ ਯਕਸਾਂ ਬਰਾਬਰ ਸਮਝਿਆ ਜਾਣਾ ਚਾਹੀਦਾ। ਦੁਨੀਆ ਦੇ ਵਿੱਚ ਐਸੇ ਵੀ ਮਤਲਬ ਪੈਗੰਬਰ ਹੋਏ ਨੇ, ਕੋਈ ਉਹਨਾਂ ਦੀ ਗਿਣਤੀ ਨਹੀਂ, ਜਿਨ੍ਹਾਂ ਨੇ ਇਹੀ ਸੰਦੇਸ਼ ਦਿੱਤਾ, ਪਰ ਮੰਨਿਆ ਕਿਸੇ ਨੇ, ਮੰਨਿਆ ਅੱਜ ਤੱਕ ਕਿਸੇ ਨੇ ਨਹੀਂ ਜੀ। ਮਤਲਬ ਈਸਾ ਮਸੀਹ ਨੇ ਵੀ ਇਹੀ ਕਿਹਾ, ਗੁਰੂ ਨਾਨਕ ਪਾਤਸ਼ਾਹ ਨੇ ਵੀ ਇਹੀ ਕਿਹਾ, ਹਜ਼ਰਤ ਮੁਹੰਮਦ ਸਾਹਿਬ ਨੇ ਵੀ ਇਹੀ ਕਿਹਾ, ਮਹਾਤਮਾ ਬੁੱਧ ਨੇ ਵੀ ਇਹੀ ਕਿਹਾ, ਪਰ ਸਮਝਿਆ ਕਿਸੇ ਨੇ ਨਹੀਂ, ਸਮਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਗਈ। ਇੱਥੇ ਅਮਰੀਕਾ ਦੇ ਵਿੱਚ ਇੱਕ ਹੋਰ ਬੜੀ ਵੱਡੀ ਘਾਟ ਹੈ, ਜਿਹੜੇ ਬੱਚੇ ਨੇ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਨਾ ਮਾਂ-ਬਾਪ ਦੀ ਬਹੁਤ ਹੀ ਸ਼ਮੂਲੀਅਤ ਨਹੀਂ ਹੁੰਦੀ, ਔਰ ਉਹਨਾਂ ਨੂੰ ਆਪਣੇ ਤਰੀਕੇ ਨਾਲ ਸੋਚਣ ਵਾਸਤੇ ਖੁੱਲਾ ਛੱਡ ਦਿੱਤਾ ਜਾਂਦਾ। ਸਾਡੇ ਇਹ ਹੁੰਦਾ ਹੈ ਕਿ ਵੀ ਬੱਚਿਆਂ ਦੀ ਪਰਵਰਿਸ਼ ਕਰਨ ਦਾ ਢੰਗ ਹੋਰ ਹੈ। ਅਸੀਂ ਬੱਚਿਆਂ ਨੂੰ ਇੱਕ ਤਾਂ ਬਹੁਤ ਪਿਆਰ ਕਰਦੇ ਹਾਂ, ਮਾਂ-ਬਾਪ ਵੀ ਪਿਆਰ ਕਰਦੇ, ਔਰ ਤੁਹਾਨੂੰ ਪਤਾ ਵੀ ਹੋਰ ਵੀ ਜਿੱਥੇ ਵੀ ਉਹ ਜਾਂਦੇ ਆ, ਨਾਨੀ ਦਾ ਆਪਣਾ ਵੱਖਰਾ ਪਿਆਰ ਹੁੰਦਾ, ਦਾਦੀ ਦਾ ਆਪਣਾ ਵੱਖਰਾ ਪਿਆਰ ਹੁੰਦਾ, ਭੂਆ ਦਾ ਆਪਣਾ ਹੁੰਦਾ, ਮਾਸੀ ਦਾ ਆਪਣਾ ਹੁੰਦਾ ਜੀ। ਬਾਕੀ ਜੂਤ ਪਤਾਣ ਤਾਂ ਹੁੰਦਾ ਹੀ ਹੁੰਦਾ ਵੀ ਮਾੜੀ ਜਿਹੀ ਕੋਈ ਸ਼ਰਾਰਤ ਕੀਤੀ ਨਹੀਂ ਹਨਾ, ਤੇ ਉਸੇ ਵੇਲੇ ਕੰਨ ਖਿੱਚ ਦਿੰਦੇ ਆ, ਜਾਂ ਫਿਰ ਇਹ ਵੀ ਹੁੰਦਾ ਕਿ ਵੀ ਪ੍ਰਾਹੁਣਿਆਂ ਦੇ ਸਾਹਮਣੇ ਛਤਰੌਲ ਹੋ ਜਾਂਦੀ ਹੈ, ਹੁੰਦੀ ਰਹੀ ਹੈ ਜੀ। ਸਾਡੇ ਇੱਕ ਵੱਖਰਾ ਤਰੀਕਾ ਹੈ, ਕਿਉਂਕਿ ਅਸੀਂ ਮਾਂ-ਬਾਪ ਨਾਲ ਜੁੜੇ ਹੁੰਦੇ ਹਾਂ, ਕਿਉਂਕਿ ਅਸੀਂ ਪਿਆਰ ਦੀ ਭਾਸ਼ਾ ਨੂੰ ਬਹੁਤ ਬਾਰੀਕੀ ਨਾਲ ਸਮਝਿਆ ਹੁੰਦਾ, ਤਾਂ ਸਾਡੀ ਮਾਨਸਿਕਤਾ ਵੱਖਰੀ ਹੁੰਦੀ ਹੈ। ਉੱਥੇ ਇਹ ਹੈ ਕਿ ਬਹੁਤ ਮੈਂ ਦੇਖਿਆ ਕਿ ਬੱਚੇ ਇੱਕ ਪਾਰਟਿਕੂਲਰ ਏਜ 'ਚ ਘਰੋਂ ਬਾਹਰ ਚਲੇ ਜਾਂਦੇ ਆ, ਉਹਨਾਂ ਦਾ ਆਪਣਾ ਜੀਵਨ ਢੰਗ ਹੁੰਦਾ, ਆਪਣਾ ਕੰਮ ਕਰਦੇ ਆ ਉਹ। ਇਹ ਜਿਹੜਾ ਜਜ਼ਬਾਤੀ ਸਾਂਝ ਦਾ ਨਾ ਹੋਣਾ ਉਹਨਾਂ ਦੇ ਅੰਦਰ ਐਸੇ ਵਿਕਾਰ ਪੈਦਾ ਕਰ ਦਿੰਦਾ ਕਿ ਉਹ ਭਟਕ ਜਾਂਦੇ ਨੇ। ਤੁਸੀਂ ਵੇਖਿਆ ਨਾ ਬਹੁਤ ਸਾਰੇ ਸਕੂਲਾਂ ਦੇ ਵਿੱਚ ਵੀ ਇੱਕ ਬੱਚਾ ਆਇਆ, ਉਹ ਗਨ ਲੈ ਕੇ ਪਹੁੰਚ ਗਿਆ, ਟੀਚਰ ਵੀ ਮਾਰਦੇ, ਸਟੂਡੈਂਟ ਵੀ ਮਾਰਦੇ, ਉੱਥੇ ਇਹੋ ਜਿਹੇ ਮਤਲਬ ਸਿਰ ਫਿਰੇ ਤੁਹਾਨੂੰ ਬਹੁਤ ਲੱਭਣਗੇ ਜੀ। ਇਹ ਜਿਹੜਾ ਲੜਕਾ ਹੈ, ਇਹਦਾ ਦਿਮਾਗ ਕਿਸੇ ਬਾਹਰੀ ਸ਼ਕਤੀ ਨੇ ਪੋਲਿਊਟ ਕਰਤਾ ਕਿ ਭਾਈ ਇਹ ਜਿਹੜੇ ਕਾਲੇ ਨੇ ਨਾ, ਇਹ ਸਾਰੇ ਮੁਲਕ ਤੇ ਕਬਜ਼ਾ ਕਰ ਲੈਣਗੇ। ਠੀਕ, ਜਿਵੇਂ ਹਰ ਮੁਲਕ ਦੇ ਵਿੱਚ ਹੀ ਇਸ ਤਰ੍ਹਾਂ ਦੀਆਂ ਤਾਕਤਾਂ ਨੇ ਜਿਹੜੀਆਂ ਉਹ ਇਹ ਕਰਦੀਆਂ ਰਹਿੰਦੀਆਂ ਨੇ। ਸਾਡੇ ਮੁਲਕ ਦੇ ਵਿੱਚ ਵੀ ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਹੈ, ਉਹਨਾਂ ਦੇ ਜਿਹੜੇ ਸਭ ਤੋਂ ਪ੍ਰਮੁੱਖ ਨੇ ਮੋਹਨ ਭਾਗਵਤ ਜੀ, ਉਹ ਕਹਿੰਦੇ ਨੇ, ਉਹਨਾਂ ਦਾ ਅਕਸਰ ਹੀ ਬਿਆਨ ਆਉਂਦਾ ਕਿ ਹਿੰਦੂ ਰਾਸ਼ਟਰਵਾਦ ਬਣੇਗਾ, ਔਰ ਜਿਹੜੀਆਂ ਬਾਕੀ ਘੱਟ ਗਿਣਤੀਆਂ ਨੇ ਇਹਨਾਂ ਨੂੰ ਆਪਣਾ ਵਜੂਦ ਖਤਮ ਕਰਨਾ ਪਏਗਾ। ਔਰ ਇਹ ਸਾਰਾ ਕੁਝ ਮਤਲਬ ਜਿਹੜਾ ਹੈ ਸਾਰੇ ਮੁਲਕਾਂ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਦਾ ਹੈ ਜੀ। ਲੇਕਿਨ ਤੁਸੀਂ ਖੱਟਿਆ ਕੀ ਇਸ ਬੱਚੇ ਨੇ ਜੀ ਕਿ 18 ਸਾਲ ਦੀ ਉਮਰ ਹੈ, ਔਰ ਇਹ ਮਾਸ ਮਰਡਰ ਸਾਬਤ ਹੋਇਆ। 10 ਇਹਨੇ ਮਾਰਤੇ, 11 ਜਾਣੇ ਮਾਰੇ ਨੇ, ਉਹ ਵੀ ਸਿਆਹ ਫਾਮ ਨੇ ਸਾਰੇ। ਇਹ 320 ਕਿਲੋਮੀਟਰ ਜੋ ਬਫਲੋ 'ਚ ਆਇਆ, 320 ਕਿਲੋਮੀਟਰ ਦਾ ਸਫ਼ਰ ਕਰਕੇ ਆਇਆ, ਔਰ ਇੱਕ ਦਿਨ ਪਹਿਲਾਂ ਇਸਨੇ ਆ ਕੇ ਸਾਰੀ ਰੇਕੀ ਕੀਤੀ, ਔਰ ਪੁਲਿਸ ਮਿਲਟਰੀ ਦੀ ਯੂਨੀਫਾਰਮ ਦੇ ਵਿੱਚ ਉਵੇਂ ਉਹਨਾਂ ਦਾ ਪਾ ਕੇ ਸਿਰਫ ਇਸੇ ਕਰਕੇ ਆ ਕੇ ਇਹਨਾਂ ਨੂੰ ਮਾਰ ਦੇ ਵੀ ਮਾਰ ਕੇ ਮੈਂ ਖਤਮ ਕਰ ਦੂੰ। ਪਰ ਕਿਸੇ ਨੇ ਸ਼ੁਰੂ 'ਚ ਇਹ ਨਹੀਂ ਦੱਸਿਆ, ਜਾਂ ਕੋਈ ਦੀ ਪਰਵਰਿਸ਼ 'ਚ ਘਾਟ ਰਹੀ, ਕਿ ਕਿਸੇ ਨੂੰ ਮਾਰ ਕੇ ਕੋਈ ਆਈਡੀਓਲੋਜੀ ਜਾਂ ਉਹ ਰੇਸ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜੀ। ਠੀਕ ਹੈ, ਤੁਸੀਂ ਜਿਊਜ਼ ਨੂੰ ਹਿਟਲਰ ਨੇ ਮਾਰ ਕੇ ਕਿੰਨੇ ਖਤਮ ਕਰਨੇ, ਬਿਲਕੁਲ। ਜਿੰਨੀ ਦੇਰ ਤੱਕ ਸਾਨੂੰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਸੰਬੰਧ ਵਿੱਚ ਬੱਚਿਆਂ ਨੂੰ ਮੁਕੰਮਲ ਜਾਣਕਾਰੀ ਨਹੀਂ ਅਸੀਂ ਦਿੰਦੇ, ਜਾਂ ਸਾਡੇ 'ਚ ਉਹ ਤਾਕਤ ਨਹੀਂ ਆਉਂਦੀ ਕਿ ਬੱਚਿਆਂ ਨੂੰ ਅਸੀਂ ਸਿਖਾਉਣਾ ਕਿਵੇਂ ਹੈ। ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਹੀ ਕਿਸੇ ਨਾ ਕਿਸੇ ਧਰਮ ਨਾਲ ਜੋੜ ਦਿੰਦੇ ਹਾਂ, ਬਿਲਕੁਲ। ਠੀਕ ਹੈ, ਅਸੀਂ ਪਰ ਇਹ ਕਦੇ ਕੋਸ਼ਿਸ਼ ਨਹੀਂ ਕਰਦੇ, ਆਪਾਂ ਕਹੀਏ ਯਾਰ ਵੀ ਜਿਵੇਂ ਮਾਂ ਬਾਪ ਨਾ ਬੰਦੇ ਬਣੋ, ਗੱਲ ਤਾਂ ਛੋਟੀ ਜੀ ਹੈ,
ਪਰ ਉਹਦਾ ਅਰਥ ਬੜਾ ਵੱਡਾ, ਅਰਥ ਵੱਡਾ। ਉਹ ਜਦੋਂ ਵੀ ਉਹਨੇ ਬੰਦਾ ਬਣ ਓਏ, ਤੂੰ ਬੰਦਾ ਬਣਨ ਦਾ ਮਤਲਬ ਵੀ ਇਨਸਾਨ ਬਣ, ਇਨਸਾਨ। ਪਰ ਉਹ ਇਹ ਥੋੜੀ ਕਹਿੰਦੇ ਸਿੱਖ ਬਣ ਓਏ, ਬਾਣੀਆਂ ਬਣ ਓਏ ਜੀ, ਟੇਲਰ ਬਣ ਓਏ, ਇਹ ਤਾਂ ਨਹੀਂ ਕਹਿੰਦੇ, ਨਹੀਂ ਕਿਹਾ ਜਾਂਦਾ। ਸੋ ਜੇ ਇੰਨੀ ਕੁ ਗੱਲ ਨੂੰ ਦ੍ਰਿੜਾ ਲਿਆ ਜਾਵੇ ਕਿ ਬੱਚੇ ਨੂੰ ਮੁੱਢੋਂ ਹੀ ਇਹ ਸਿਖਾਇਆ ਜਾਵੇ ਕਿ ਬੰਦਾ ਬਣਨਾ, ਤੂੰ ਹੋਰ ਕੁਝ ਨਹੀਂ ਬਣਨਾ, ਔਰ ਇਹ ਬੰਦਾ ਬਣਨ ਦਾ ਜਿਹੜਾ ਅਰਥ ਹੈ ਉਹ ਵੀ ਉਹਨਾਂ ਨੂੰ ਸਮਝਾਇਆ ਜਾਵੇ ਕਿ ਇਹਦਾ ਮੀਨਿੰਗ ਕੀ ਹੈ। ਤਾਂ ਬਾਹਰ ਇੱਕ ਘਾਟ ਰਹਿੰਦੀ ਹੈ, ਪਰਵਰਿਸ਼ 'ਚ ਘਾਟ ਰਹਿੰਦੀ ਹੈ, ਜਜ਼ਬਾਤੀ ਸਾਂਝ 'ਚ ਘਾਟ ਰਹਿੰਦੀ ਹੈ, ਬਿਲਕੁਲ। ਤੇ ਉਹਨਾਂ ਦੇ ਉੱਪਰ ਕੋਈ ਚੈੱਕ ਨਾ ਹੋਣ ਕਰਕੇ ਬੱਚੇ ਜਿਹੜੇ ਨੇ ਭਟਕ ਜਾਂਦੇ। ਪਤਾ ਨਹੀਂ, ਹੁਣ ਤੁਸੀਂ ਦੇਖੋ ਨਾ ਕਿ ਕੰਪਿਊਟਰ ਤੇ ਬੱਚਾ ਬੈਠਾ ਹੈ, ਲੈਪਟਾਪ ਲੈ ਕੇ ਬੈਠਾ, ਉਹ ਕੀ ਦੇਖੀ ਜਾਂਦਾ ਕੀ ਨਹੀਂ ਦੇਖੀ ਜਾਂਦਾ, ਮੋਬਾਈਲ ਲੈ ਕੇ ਬੈਠੀ ਹੈ ਬੇਟੀ, ਕੀ ਦੇਖੀ ਜਾਂਦੀ ਹੈ ਕੀ ਨਹੀਂ ਦੇਖੀ ਜਾਂਦੀ ਜੀ, ਕਿਉਂਕਿ ਇਹ ਤਾਂ ਇੰਨੇ ਮਤਲਬ ਕਹਿ ਲੋ ਕਿ ਪੋਲਿਊਟ ਕਰਨ ਵਾਲੇ ਮਾਈਂਡ ਨੂੰ ਸੋਰਸਿਸ ਨੇ ਸਾਰੇ, ਕਿ ਇਹਦਾ ਸਦਉਪਯੋਗ ਕਰਨਾ ਬਹੁਤ ਘੱਟ ਲੋਕਾਂ ਨੂੰ ਆਉਂਦਾ। ਔਰ ਜਿਹੜੇ ਮਾਂ-ਬਾਪ ਦੀ ਬੱਚਿਆਂ ਤੇ ਚੈੱਕ ਹੁੰਦੀ ਹੈ ਉਹ ਭਟਕਦੇ ਨਹੀਂਗੇ, ਔਰ ਉਹਨਾਂ ਨੂੰ ਪਾਰਟਿਕੂਲਰ ਟਾਈਮ ਦਿੱਤਾ ਜਾਂਦਾ ਕਿ ਤੂੰ ਆਹੀ ਦੇਖਣਾ, ਇਹ ਤੋਂ ਬਾਅਦ ਨਹੀਂ ਦੇਖਣਾ। ਔਰ ਇਸ ਤੋਂ ਇਲਾਵਾ ਬੱਚਿਆਂ ਦੇ ਕਿਹੜੇ ਫਰੈਂਡਸ ਬਣਦੇ ਨੇ, ਸਾਡੇ ਵਿੱਚ ਤੇ ਇਹ ਵੀ ਕਲਚਰ ਹੁੰਦਾ, ਅਸੀਂ ਉਹਨਾਂ ਦੇ ਫਰੈਂਡਸ ਨੂੰ ਵੀ ਚੈੱਕ ਕਰਦੇ ਹਾਂ ਕਿ ਕਿੱਦਾਂ ਦੀ ਗਰੁੱਪ ਦੇ ਵਿੱਚ ਸਾਡਾ ਬੱਚੇ ਦਾ ਉੱਠਣੀ ਬੈਠਣੀ ਹੈ। ਪਰ ਅਮਰੀਕਾ ਦੇ ਵਿੱਚ ਇਹ ਚੀਜ਼ਾਂ ਦੀ ਜਿਹੜੀ ਘਾਟ ਹੈ, ਨਹੀਂ ਵੀ ਉੱਥੇ ਤਾਂ ਵਿਅਕਤੀਗਤ ਆਜ਼ਾਦੀ 'ਚ ਦਖਲ ਮੰਨਿਆ ਜਾਂਦਾ। ਜੇ ਇੱਕ ਪਾਰਕ ਦੇ ਵਿੱਚ ਇੱਕ ਲੜਕਾ ਲੜਕੀ ਬੈਠੇ ਨੇ ਔਰ ਉਹ ਜਿਸ ਤਰ੍ਹਾਂ ਵੀ ਮਰਜ਼ੀ ਕਰ ਰਹੇ ਨੇ, ਠੀਕ ਹੈ, ਕੋਈ ਕਾਮਕ ਵਿਵਹਾਰ ਕਰ ਰਹੇ ਨੇ, ਤਾਂ ਉਹਨੂੰ ਤੁਸੀਂ ਉੱਥੋਂ ਰੋਕ ਨਹੀਂ ਸਕਦੇ ਜੀ, ਕਿਉਂਕਿ ਉਹਨਾਂ ਦੀ ਵਿਅਕਤੀਗਤ ਆਜ਼ਾਦੀ ਹੈ। ਤਾਂ ਇਸ ਕਰਕੇ ਉੱਥੋਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਆਪਾਂ ਹੁਣ ਪੰਜਾਬ ਤੇ ਲਾਗੂ ਕਰਨਾ ਹੈ ਨਾ, ਰਾਈਟ ਜੀ, ਵਰਲਡ ਕਲਾਸ ਬਣਾਉਣਾ। ਤੁਸੀਂ ਦੇਖੋ ਕਿ ਸਾਡੇ ਸਕੂਲਾਂ ਦੇ ਵਿੱਚ ਕਈ ਤਰ੍ਹਾਂ ਆ, ਆਪਾਂ ਵੀ ਇੱਥੇ ਆਪਾਂ ਉਹ ਐਜੂਕੇਸ਼ਨ ਸਿਸਟਮ ਅਪਣਾਵਾਂਗੇ ਕਿ ਸੈਕਸ ਸੰਬੰਧੀ ਸਿੱਖਿਆ ਤੁਸੀਂ ਛੋਟੀ ਕਲਾਸ ਤੋਂ ਸ਼ੁਰੂ ਕਰੋਗੇ ਜੀ, ਕਿ ਤੁਹਾਨੂੰ ਬੱਚਿਆਂ ਨੂੰ ਦੱਸੋਗੇ, ਜਿਵੇਂ ਉਧਰ ਦੱਸਦੇ ਗਏ ਵਾਟ ਇਜ਼ ਪ੍ਰੈਗਨੈਂਸੀ, ਹਨਾ, ਪ੍ਰੈਗਨੈਂਟ ਜਦੋਂ ਲੇਡੀ ਹੁੰਦੀ ਹੈ ਤਾਂ ਉਹਦੇ ਸਰੀਰ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਹੁੰਦੇ ਆ, ਔਰ ਉਹ ਪ੍ਰੈਗਨੈਂਸੀ ਕਿਸ ਤਰ੍ਹਾਂ ਹੁੰਦੀ ਹੈ, ਮਤਲਬ ਤੁਸੀਂ ਸਾਰਾ ਕੁਝ ਪੜਾਵੋਗੇ। ਤੁਸੀਂ ਗੱਲਾਂ ਤਾਂ ਕਰਦੇ ਹੋ ਉਧਰ ਲਾਹੋ, ਕੀ ਤੁਸੀਂ ਖੁੱਲ ਦਿਓਗੇ ਉਨੀ ਜਿੰਨੀ ਉਧਰ 13-14 ਸਾਲ ਦੇ ਬੱਚਿਆਂ ਨੂੰ ਮਿਲਦੀ ਹੈ, ਕਿ ਤੁਸੀਂ ਉਹਨਾਂ ਦੇ ਕੋਈ ਕਿੰਤੂ ਪਰੰਤੂ ਨਹੀਂ ਕਰੋਗੇ। ਤਾਂ ਗੱਲਾਂ ਤੁਸੀਂ ਵੱਡੀਆਂ ਵੱਡੀਆਂ ਕਰਦੇ ਹੋ, ਲੇਕਿਨ ਗੱਲ ਇਹ ਹੈਗੀ ਹੈ ਕਿ ਹਰ ਇੱਕ ਮੁਲਕ ਦਾ ਵੱਖਰਾ ਸੱਭਿਆਚਾਰਕ ਅਕੀਦੇ ਹੁੰਦੇ, ਉਦੋਂ ਦੀਆਂ ਵੱਖਰੀਆਂ ਸਮਾਜਿਕ ਕਦਰਾਂ ਕੀਮਤਾਂ ਹੁੰਦੀਆਂ। ਤੁਸੀਂ ਕਿਸੇ ਦੀ ਨਕਲ ਨਾ ਕਰੋ, ਤੁਸੀਂ ਆਪਣਾ ਸਿਸਟਮ ਐਸਾ ਪੈਦਾ ਕਰੋ ਕਿ ਜਿਹੜਾ ਤੁਹਾਡੇ ਬੱਚਿਆਂ ਦੀ ਮਾਨਸਿਕਤਾ ਦੇ ਅਨੁਕੂਲ ਹੋਵੇ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਮਤਲਬ ਕਿ ਘਾਟਾਂ ਰਹਿ ਜਾਂਦੀਆਂ ਨੇ ਪਰਵਰਿਸ਼ ਜੀ। ਇਹਦੇ ਨਾਲ ਹੀ ਗੱਲ ਕਰਦੇ ਆ ਪੰਜਾਬ ਦੀ। ਪੰਜਾਬ ਦੇ ਵਿੱਚ ਤਕਰੀਬਨ ਸਾਨੂੰ ਇਹੋ ਜਿਹੀਆਂ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ, ਜਿਵੇਂ ਕਿ ਖਬਰ ਆਈ ਹੈ ਕਿ ਨਸ਼ੇ ਦੀ ਓਵਰਡੋਜ਼ ਦੇ ਕਾਰਨ 2 ਨੌਜਵਾਨ ਜਿਹੜੇ ਨੇ ਮਰ ਗਏ। ਹੋਇਆ ਕੀ ਸੀਗਾ ਕਿ ਇੱਕ ਨਸ਼ੇ ਦਾ ਟੀਕਾ ਲੈ ਕੇ ਘਰ ਆਇਆ, ਉਸ ਤੋਂ ਬਾਅਦ ਉਹਨੂੰ ਫਿਰ ਤੋਂ ਤੋੜ ਲੱਗੀ, ਦੂਸਰੇ ਨੇ ਫਿਰ ਤੋਂ ਟੀਕਾ ਦੇ ਦਿੱਤਾ, ਤਾਂ ਓਵਰਡੋਜ਼ ਦੇ ਕਾਰਨ ਮ੍ਰਿਤੂ ਹੋ ਗਈ। ਇੱਕ ਪਾਸੇ ਆਰਥਿਕ ਤੰਗੀ ਦੇ ਕਾਰਨ ਕਬੱਡੀ ਖਿਡਾਰੀ ਨੇ ਖੁਦਕੁਸ਼ੀ ਕਰ ਲਈ। ਕਬੱਡੀ ਦਾ ਖਿਡਾਰੀ ਸੀਗਾ, ਪੈਸਿਆਂ ਦੀ ਘਾਟ ਸੀ, ਬਰਦਾਸ਼ਤ ਨਹੀਂ ਹੋਇਆ ਕਿ ਹਾਲਾਤ ਕਿਹੋ ਜਿਹੇ ਨੇ ਮੇਰੇ, ਤੇ ਉਹਨੇ ਵੀ ਖੁਦਕੁਸ਼ੀ ਕਰ ਲਈ। ਤੀਸਰੀ ਆਈ ਹੈ ਕਿ ਕਰਜ਼ੇ ਤੋਂ ਪਰੇਸ਼ਾਨ ਕਿਸਾਨ ਨੇ ਫਾਹਾ ਲੈ ਲਿਆ। ਤੁਸੀਂ ਦੇਖੋ ਅਖਬਾਰ 'ਚ ਕਿਹੋ ਜਿਹੀਆਂ ਖਬਰਾਂ ਨੇ, ਇਹੋ ਜਿਹੀਆਂ ਖਬਰਾਂ ਜਦੋਂ ਅਸੀਂ ਸੁਣਦੇ ਹਾਂ ਜਾਂ ਪੜ੍ਹਦੇ ਹਾਂ ਤਾਂ ਲੱਗਦਾ ਹੈ ਕਿ ਕਿਸ ਪਾਸੇ ਸਾਡਾ ਪੰਜਾਬ ਜਾ ਰਿਹਾ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਲਗਾਤਾਰ ਨਸ਼ਿਆਂ ਨੂੰ ਲੈ ਕੇ ਗੱਲ ਕਰ ਰਹੇ ਨੇ, ਕਿਸਾਨਾਂ ਦੀ ਖੁਦਕੁਸ਼ੀਆਂ ਨੂੰ ਲੈ ਕੇ ਗੱਲ ਕਰ ਰਹੇ ਨੇ, ਔਰ ਜਿੱਥੇ ਕਿਤੇ ਵੀ ਖਬਰ ਆਉਂਦੀ ਹੈ ਕਿ ਕਿਸੇ ਕਿਸਾਨ ਨੇ ਖੁਦਕੁਸ਼ੀ ਕਰ ਲਈ ਜਾਂ ਕਿਸੇ ਨੌਜਵਾਨ ਬੱਚੇ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ, ਇਹ ਉੱਥੇ ਜਾਂਦੇ ਨੇ, ਉਹਨਾਂ ਦਾ ਦੁੱਖ ਜਿਹੜਾ ਸਾਂਝਾ ਕਰਕੇ ਆਉਂਦੇ ਨੇ। ਪਰ ਮੈਨੂੰ ਐਤਕੀ ਲੱਗਦਾ ਪਿਆ ਹੈ ਕਿ ਇਹ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਤੋਂ ਹੁਣ ਪ੍ਰਭਾਵਿਤ ਨੇ, ਕਿਉਂਕਿ ਉਹੋ ਜਿਹੀਆਂ ਕੁਝ ਇਹ ਗੱਲਾਂ ਵੀ ਕਰ ਰਹੇ ਨੇ। ਇਹਨਾਂ ਨੇ ਇਹ ਵੀ ਕਿਹਾ ਕਿ ਨਸ਼ਿਆਂ ਨੂੰ ਲੈ ਕੇ ਹੁਣ ਇੱਕ ਸਰਕਾਰ ਨੂੰ ਹੈਲਪਲਾਈਨ ਨੰਬਰ ਜਾਰੀ ਕਰਨਾ ਚਾਹੀਦਾ ਹੈ, ਜਦੋਂ ਬੱਚੇ ਦਾ ਓਵਰਡੋਜ਼ ਇੰਜੈਕਸ਼ਨ ਚਲਿਆ ਜਾਵੇ ਔਰ ਇਮੀਡੀਏਟਲੀ ਉਹਨੂੰ ਹਸਪੀਟਲ ਪਹੁੰਚਾਇਆ ਜਾਵੇ। ਇਹੋ ਜਿਹਾ ਵੀ ਇੱਕ ਸਿਸਟਮ ਹੋਣਾ ਚਾਹੀਦਾ। ਕੀ ਕਹਿੰਦੇ ਹੋ? ਦੇਖੋ 2 ਮਹੀਨਿਆਂ ਦੇ ਵਿੱਚ 30 ਦੇ ਲਗਭਗ ਕਿਸਾਨ ਖੁਦਕੁਸ਼ੀਆਂ ਕਰ ਗਏ ਔਰ 27 ਦੇ ਕਰੀਬ ਕਤਲ ਹੋ ਚੁੱਕੇ ਨੇ, ਤੇ 25-26 ਨੌਜਵਾਨ ਜਿਹੜੇ ਨੇ ਨਸ਼ੇ ਕਰਕੇ ਮੌਤ ਦੇ ਮੂੰਹ 'ਚ ਜਾ ਪਏ। ਉਹ ਬੰਦਾ ਨਹੀਂ ਲੱਭਦਾ ਹੁਣ ਜਿਹੜਾ ਕਹਿੰਦਾ ਸੀ 1 ਅਪ੍ਰੈਲ ਤੋਂ ਬਾਅਦ ਤੱਕ ਖੁਦਕੁਸ਼ੀ ਕਰੇਗਾ ਹੀ ਨਹੀਂ ਕੋਈ ਕਿਸਾਨ ਜੀ, ਤੇ ਉਹਨੇ ਅਜੇ ਤੱਕ ਆਪਣੀ ਜ਼ੁਬਾਨ 'ਚੋਂ ਇੱਕ ਸ਼ਬਦ ਵੀ ਹਮਦਰਦੀ ਦਾ ਨਹੀਂ ਕੱਢਿਆ। ਇਹ ਰੁਕੇਗਾ ਨਹੀਂ। ਬਦਲਾਅ ਤਾਂ ਇੱਕ ਖੋਖਾ ਨਾਰਾ ਸੀ, ਥੋਥਾ ਨਾਰਾ ਸੀ, ਉਹਦਾ ਕੋਈ ਮਤਲਬ ਨਹੀਂ। ਠੀਕ, ਸੱਤਾ ਹਥਿਆਉਣੀ ਸੀ, ਹਥਿਆਲੀ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਗੁੰਮਰਾਹ ਕਰਕੇ। ਨਵਜੋਤ ਸਿੰਘ ਸਿੱਧੂ ਨੇ ਜਿਹੜੇ ਇਹ ਕਦੋਂ ਕਿਹਦੇ ਤੋਂ ਪ੍ਰਭਾਵਿਤ ਹੋ ਜਾਣ ਕੋਈ ਪਤਾ ਨਹੀਂ ਲੱਗਦਾ ਜੀ। ਠੀਕ, ਤੁਸੀਂ ਦੇਖੋ ਕਿ ਜਦੋਂ ਇਹ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਣੇ, ਮਸਲੇ ਤਾਂ ਉਦੋਂ ਵੀ ਇਹੀ ਸੀ। ਕੋਈ ਨਸ਼ੇ ਅੱਜ ਤਾਂ ਨਹੀਂ ਸ਼ੁਰੂ ਹੋਏ। ਹਾਂ, ਇਹ ਹੈ ਕਿ ਬਦਲਾਅ ਇੰਨਾ ਕੁ ਹੋ ਗਿਆ ਕਿ ਨਸ਼ਿਆਂ ਦੀ ਰਫ਼ਤਾਰ ਬੜੀ ਤੇਜ਼ ਹੋ ਗਈ ਹੈ।
ਲੋਕ ਇਸੇ ਤੇਜ਼ ਰਫ਼ਤਾਰੀ ਨਾਲ ਨਸ਼ਾ ਕਰਕੇ ਮਰਨ ਲੱਗ ਗਏ ਨੇ ਕਿ ਪਹਿਲਾਂ ਨਹੀਂ ਸੀ ਆਏ ਹੋਏ, ਠੀਕ ਹੈ, ਕਾਂਗਰਸ ਦੇ ਰਾਜ ਦੇ ਵਿੱਚ ਵੀ ਨਹੀਂ ਆਏ ਹੋਇਆ ਸੀ। ਹੁਣ ਇੱਥੇ ਇਹ ਸਾਰਾ ਆਪਣਾ ਜਲਵਾ ਦਿਖਾ ਰਹੇ ਨੇ। ਜਿਹੜੇ ਖੁਦਕੁਸ਼ੀ ਕਰ ਜਾਂਦੇ ਕਿਸਾਨ ਉਹਨਾਂ ਦੇ ਘਰੇ ਵੀ ਚਲੇ ਜਾਂਦੇ ਆ, ਜੇ ਕੋਈ ਨਸ਼ੇੜੀ ਇਸ ਤਰ੍ਹਾਂ ਮਰ ਜਾਂਦਾ ਓਵਰਡੋਜ਼ ਉਹਦੇ ਘਰ ਵੀ ਚਲੇ ਜਾਂਦੇ ਆ। ਪਰ ਬਾਕੀ ਜਿਹੜਾ ਸਮਾਂ ਇਹਨਾਂ ਦਾ ਖਾਮੋਸ਼ੀ ਚ ਲੰਘਿਆ, ਉਦੋਂ ਇਹ ਕਿੱਥੇ ਸੀ? ਉਦੋਂ ਇਹ ਸਮੱਸਿਆ ਨਹੀਂ ਸੀ, ਸਮੱਸਿਆ ਤਾਂ ਉਦੋਂ ਵੀ ਸੀ। ਪਰ ਗੱਲ ਇਹ ਹੈ ਕਿ ਉਦੋਂ ਇਹਨਾਂ ਦਾ ਜਿਹੜਾ ਸਿਆਸੀ ਭਵਿੱਖ ਆ ਉਹ ਇੰਨਾ ਡਾਵਾਡੋਲ ਜਾਂ ਖਤਰੇ 'ਚ ਨਹੀਂ ਪਿਆ ਸੀ। ਹੁਣ ਇਹਨਾਂ ਨੂੰ ਖਤਰਾ ਚਾਰੇ ਪਾਸਿਓਂ ਨਜ਼ਰ ਆ ਰਿਹਾ ਔਰ ਇਹ ਆਪਣੇ ਆਪ ਨੂੰ ਇਸ ਤਰ੍ਹਾਂ ਮਤਲਬ ਸਰਗਰਮ ਰੱਖ ਕੇ ਇੱਕ ਤਾਂ ਕਾਂਗਰਸ ਹਾਈ ਕਮਾਨ ਨੂੰ ਸਿੱਧ ਕਰਨਾ ਚਾਹੁੰਦੇ ਨੇ ਕਿ ਮੈਂ ਬੜਾ ਐਕਟਿਵ ਆ, ਬਹੁਤ ਐਕਟਿਵ ਆ। ਦੇਖੋ ਸਾਰੇ ਚੁੱਪ ਕਰਕੇ ਬਹਿ ਗਏ ਨੇ, ਕੋਈ ਨਹੀਂ ਕਿਤੇ ਜਾਂਦਾ, ਤਾਂ ਮੈਂ ਜਾ ਰਿਹਾ। ਰਾਜਾ ਵੜਿੰਗ ਨੂੰ ਤੁਸੀਂ ਪ੍ਰਧਾਨ ਬਣਾਤਾ, ਪਰ ਉਹ ਬਣਨ ਦੇ ਕਾਬਿਲ ਹੈ ਨਹੀਂਗਾ, ਕਿਉਂਕਿ ਮੈਂ ਦੇਖੋ ਮੈਂ ਬਹੁਤ ਕੁਝ ਕਰ ਲੈਣਾ, ਮੈਂ ਆਹ ਕਰ ਰਿਹਾ ਨਾ। ਪਰ ਇੱਕ ਗੱਲ ਇਹ ਵੀ ਹੈ ਸਰ, ਜਦੋਂ ਦੇ ਭਗਵੰਤ ਮਾਨ ਨੂੰ ਮਿਲੇ ਨੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਘੇਰਨਾ ਬੰਦ ਕਰ ਦਿੱਤਾ। ਹੁਣ ਇਹ 3 ਖਬਰਾਂ ਜਿਹੜੀਆਂ ਸਾਡੇ ਸਾਹਮਣੇ ਆਈਆਂ ਨੇ, ਜੇਕਰ ਇਹ ਭਗਵੰਤ ਮਾਨ ਨਾਲ ਨਾ ਮਿਲੇ ਹੁੰਦੇ ਤਾਂ ਇਹਨਾਂ ਨੇ ਕਾਫੀ ਹੱਦ ਤੱਕ ਪਾਰਟੀ ਨੂੰ, ਮੌਜੂਦਾ ਸਰਕਾਰ ਨੂੰ ਹੁਣ ਘੇਰਨਾ ਸੀਗਾ, ਬਹੁਤ ਬੁਰੀ ਤਰ੍ਹਾਂ ਭੰਨਣਾ ਸੀਗਾ। ਗੱਲ ਇਹ ਦੇਖੋ, ਸਿਆਸਤ ਦੇ ਵਿੱਚ ਜੇ ਬੰਦਾ ਮੌਕਾ ਪ੍ਰਸਤ ਨਾ ਹੋਵੇ ਤਾਂ ਉਹਨੂੰ ਸਿਆਸੀ ਨਹੀਂ ਕਿਹਾ ਜਾ ਸਕਦਾ। ਸਿਆਸਤ ਦਾ ਮਤਲਬ ਪ੍ਰਾਈਵੇਸੀ ਸ਼ਬਦ ਸਮਝਦੇ ਹੋ ਨਾ, ਸਿਨੋਨੀਅਮ ਉਹ ਮੌਕਾ ਪ੍ਰਸਤੀ ਹੈ, ਧੋਖੇਬਾਜ਼ੀ ਹੈ। ਇਹ ਜੇ ਸਿਆਸਤ ਦੇ ਤੁਸੀਂ ਹਨਾ ਅਡੰਬਰ ਹੈ ਜੀ, ਗੱਪ ਹੈ, ਇਹ ਸਾਰਾ ਕੁਝ ਉਹਦੇ ਪ੍ਰਾਈਵੇਸੀ ਸ਼ਬਦ ਨੇ ਜੀ। ਇਹਨਾਂ ਨੂੰ ਹੁਣ ਇਹ ਲੱਗਿਆ ਕਿ ਮੈਂ ਜੇ ਆਪਣੇ ਆਪ ਨੂੰ ਇਸ ਤਰ੍ਹਾਂ ਕਾਬਿਲ ਸਿੱਧ ਕਰਾਂ ਤਾਂ ਮੇਰੀ ਇਸ ਤਰ੍ਹਾਂ ਦੀ ਇੱਕ ਪੈਂਠ ਬਣ ਜੇ ਕਿ ਪੰਜਾਬ ਦੇ ਲੋਕ ਮੇਰੀ ਗੱਲ ਸੁਣਦੇ ਆ ਤੇ ਮੇਰੀ ਮੰਨਦੇ ਆ, ਤਾਂ ਹੋ ਸਕਦਾ ਸੰਗਰੂਰ ਪਾਰਲੀਮਾਨੀ ਸੀਟ ਤੋਂ ਹੀ ਮੈਨੂੰ ਇਹ ਲੜਾ ਦੇਣ ਆਮ ਆਦਮੀ ਪਾਰਟੀ ਵਾਲੇ, ਹਨਾ। ਪਰ ਉਹ ਏਡੀ ਗਲਤੀ ਨਹੀਂ ਕਰਨ ਲੱਗੇ, ਕਿਉਂਕਿ ਭਗਵੰਤ ਮਾਨ ਜੀ ਵੀ ਪਤਾ ਹੈ ਕਿ ਉਹ ਵੀ ਪ੍ਰਕਾਂਡ ਖਿਡਾਰੀ ਨੇ। ਉਹ ਵੱਖਰੀ ਗੱਲ ਹੈ ਕਿ ਉਹਨਾਂ ਦਾ ਕਲਾਤਮਕ ਪਿਛੋਕੜ ਹੈ, ਪਰ ਸਿਆਸਤ ਚ ਆ ਕੇ ਬੰਦਾ ਬਹੁਤ ਛੇਤੀ ਨਾ ਮਤਲਬ ਸਿਆਸਤ ਦੇ ਗੁਰ ਮੰਤਰ ਸਿੱਖ ਜਾਂਦਾ ਜੀ। ਔਰ ਉਹ ਆਪਣੇ ਮੋਢੇ ਦੇ ਬਰਾਬਰ ਨਹੀਂ ਇਹਨਾਂ ਨੂੰ ਆਉਣ ਦੇਣਗੇ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਮੇਰੀ ਆ ਕੇ ਹੀ ਮਤਲਬ ਪੀੜੀ ਜਿਹੜੀ ਥੱਲੇ ਖਿੱਚਣੀ ਹੈ, ਮੈਨੂੰ ਥੱਲੇ ਸਿੱਟਣਾ, ਕਿਉਂਕਿ ਖੁਆਬ ਤਾਂ ਮੁੱਖ ਮੰਤਰੀ ਬਣਦਾ, ਤਾਂ ਪ੍ਰਧਾਨਗੀ ਵੀ ਹੱਸੋਂ ਚਲੀ ਗਈ ਹੈ ਜੀ। ਬਿਲਕੁਲ। ਸੋ ਇਸ ਕਰਕੇ ਅੰਦਰੋਂ ਮਾਯੂਸ ਨੇ। ਮਾਯੂਸ ਬੰਦਾ ਹੁੰਦਾ ਨਾ ਜਿਹੜਾ, ਉਹ ਭੱਜ ਨੱਠ ਬਹੁਤ ਕਰਦਾ ਹੁੰਦਾ, ਕਦੇ ਕਮਰੇ ਦੇ ਅੰਦਰ ਵੜ ਗਿਆ, ਕਦੇ ਵਿਹੜੇ ਚ ਆ ਗਿਆ, ਕਦੇ ਛੱਤ ਤੇ ਚੜ ਗਿਆ, ਕਦੇ ਗਲੀ ਚ ਖੜੇ ਹੋ ਗਏ, ਕਦੇ ਗਲੀ ਚ ਖੜਾ ਹੋ ਗਿਆ ਕਿ ਬੰਦੇ ਨੇ ਗੱਲਾਂ ਚ ਕਿਸੇ ਨਾਲ ਲੜ ਪਿਆ, ਤਾਂ ਸ਼ਾਮ ਨੂੰ ਠੇਕੇ ਤੋਂ ਪਊਆ ਲੈ ਕੇ ਪੀ ਲਿਆ, ਜਾਂ ਫਿਰ ਉਹ ਪਊਆ ਲੈ ਕੇ ਹੋਰ ਦੇ ਘਰੇ ਚਲਾ ਗਿਆ, ਉੱਥੋਂ ਕੁੱਟ ਖਾ ਕੇ ਆ ਗਿਆ। ਮਤਲਬ ਇਹੋ ਜਿਹਾ ਕੁਛ ਹੁੰਦਾ ਕਿਉਂਕਿ ਉਹ ਅੰਦਰੋਂ ਉਹਨੂੰ ਮਤਲਬ ਟਿਕਾ ਨਹੀਂ ਹੁੰਦਾ, ਖਲਬਲੀ ਮੱਚੀ ਹੁੰਦੀ ਹੈ। ਹੁਣ ਇਹਨਾਂ ਦੇ ਖਲਬਲੀ ਮੱਚੀ ਹੋਈ ਹੈ। ਉਹ ਪਾਰਟੀ ਇਹਨਾਂ ਨੂੰ ਨੇੜੇ ਲਾਉਂਦੀ ਨਹੀਂ। ਆਮ ਆਦਮੀ ਪਾਰਟੀ ਨਾਲ ਤਾਂ ਪਹਿਲਾਂ ਵੀ ਉਹਨੇ ਬਥੇਰੀ ਕੋਸ਼ਿਸ਼ ਕਰਕੇ ਵੇਖ ਲਈ ਸੀ ਉਦੋਂ 2017 ਦੀਆਂ ਚੋਣਾਂ, ਪਰ ਹੁਣ ਫੇਰ ਜਿਹੜੀ ਇਹਨਾਂ ਨੇ ਲਿਆਕਤ ਆਪਣੀ ਬਦਲ ਲਈ ਹੋਈ ਹੈ ਕਿ ਸ਼ਾਇਦ ਮੇਰਾ ਦਾ ਪੇਚ ਦੁਬਾਰਾ ਖੇਡਿਆ ਜਾਵੇ। ਇਹ ਇਸ ਕਰਕੇ ਇਹਨਾਂ ਨੇ ਨਰਮ ਰੌਖ ਅਖਤਿਆਰ ਕੀਤਾ ਹੋਇਆ ਭਗਵੰਤ ਮਾਨ, ਕਿਉਂਕਿ ਉਹਨਾਂ ਨੂੰ ਮਿਲ ਕੇ ਤਾਂ ਬਾਗੋ ਬਾਗ ਹੋ ਗਏ ਨਾ, ਸਾਰਾ ਕੁਝ ਹੀ ਬਦਲ ਗਿਆ ਨਾ। ਜਿਹੜਾ ਉਦੋਂ ਪਹਿਲਾਂ ਇਹ ਮਤਲਬ ਉਹਨਾਂ ਦੇ ਕਰੜੀ ਆਲੋਚਨਾ ਕਰਦੇ ਸੀ, ਉਹਨਾਂ ਦੇ ਖਿਲਾਫ ਬੋਲਦੇ ਸੀ, ਉਹ ਚੁੱਪ ਹੋ ਗਏ, ਸ਼ਾਂਤ ਹੋ ਗਏ। ਉਹ ਕਹਿੰਦੇ ਕਿ ਮੈਨੂੰ ਲੱਗਿਆ ਕਿ ਮੁੱਖ ਮੰਤਰੀ ਬਣ ਕੇ ਭਗਵੰਤ ਮਾਨ ਜੀ ਪਹਿਲਾਂ ਵਰਗੇ ਨਹੀਂ ਨੇ, ਪਰ ਜਦੋਂ ਮਿਲ ਲਿਆ ਕਹਿੰਦੇ ਓਹੋ ਇਹ ਤਾਂ ਉਦਾਂ ਦੇ ਨਹੀਂ। ਮੈਂ ਸੋਚਿਆ ਕਿ ਤੇ ਵੀ ਬਦਲ ਗਏ ਹੋਣੇ ਹਨ ਜੀ। ਸੋ ਜੇ ਤੁਸੀਂ ਸੋਚ ਲਿਆ ਕਿ ਉਹ ਬਦਲ ਗਏ ਨੇ ਤਾਂ ਤੁਸੀਂ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਤੁਸੀਂ ਕਨਫਰਮ ਨਹੀਂ ਕੀਤਾ ਕਿ ਉਹ ਬਦਲੇ ਆ ਕਿ ਨਹੀਂ ਬਦਲੇ, ਪਰ ਤੁਸੀਂ ਆਲੋਚਨਾ ਕਰਨੀ ਸ਼ੁਰੂ ਕਰ ਦਿੱਤੀ। ਤੇ ਜਦੋਂ ਤੁਹਾਨੂੰ ਮਿਲ ਕੇ ਪਤਾ ਲੱਗਾ ਨਹੀਂ ਇਹ ਤਾਂ ਉਦਾਂ ਦੇ ਹੈ ਹੀ ਨਹੀਂ, ਫਿਰ ਤੁਸੀਂ ਆਪਣੇ ਬਿਆਨ ਵਾਪਸ ਲੈਣੇ ਸ਼ੁਰੂ ਕਰ ਦਿੱਤੇ। ਦੇਖੋ ਸਾਰੇ ਇਹ ਬੰਦੇ ਇੱਕੋ ਜਿਹੇ ਹੁੰਦੇ ਨੇ। ਨਵਜੋਤ ਸਿੰਘ ਸਿੱਧੂ ਨੇ ਨਾ ਆਪਣਾ ਬੜਾ ਆਪ ਨੁਕਸਾਨ ਕੀਤਾ, ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਪੰਜਾਬ ਦੇ ਮੁੱਖ ਮੰਤਰੀ ਬਣ ਸਕਦੇ ਸੀ, ਸਿਰਫ ਜੇ ਆਪਣੀ ਜ਼ੁਬਾਨ ਤੇ ਕਾਬੂ ਰੱਖਦੇ ਤੇ ਮੌਕਾ ਪ੍ਰਸਤੀ ਨੂੰ ਥੋੜਾ ਜਿਹਾ ਛੱਡ ਦੇ। ਇਹਨਾਂ ਨੇ ਮਤਲਬ ਲਿਹਾਜ਼ ਹੀ ਨਹੀਂ ਕੀਤੀ ਕਿਸੇ ਦੀ, ਔਰ ਜਿਹੜੇ ਮਤਲਬ ਇਹਨਾਂ ਦੇ ਬਹੁਤ ਨੇੜੇ ਵੀ ਸੀ ਆਗੂ, ਉਹਨਾਂ ਦੀ ਵੀ ਜੜ੍ਹਾਂ ਵੱਢੀਆਂ ਇਹਨਾਂ ਨੇ, ਔਰ ਆਪਣੀ ਸਰਕਾਰ ਦੀ ਆਲੋਚਨਾ ਕੀਤੀ, ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਰੱਜ ਕੇ ਭੰਡਿਆ, ਇੱਥੋਂ ਤੱਕ ਕਿ ਹਾਈ ਕਮਾਨ ਨੂੰ ਵੀ ਨਹੀਂ ਬਖਸ਼ਿਆ ਜੀ। ਹੁਣ ਜੇ ਇਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਹੁੰਦੀ ਹੈ, ਜੋ ਕਿ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ, ਸੁਨੀਲ ਜਾਖੜ ਨੂੰ ਨੋਟਿਸ ਦੇਣ ਤੋਂ ਪਹਿਲਾਂ ਹੀ ਇਹਨਾਂ ਨੂੰ ਪਾਰਟੀ ਵਾਲਿਆਂ ਨੇ ਕਹਿ ਦੇਣਾ ਸੀ ਭਾਈ ਜਾਓ, ਉਹਦੇ ਫਿਰ ਮੌਕਾ ਮਿਲਿਆ ਤਾਂ ਅਸੀਂ ਤੁਹਾਡੀ ਕਿਤੇ ਸੇਵਾ ਲਵਾਂਗੇ, ਪਰ ਫਿਲਹਾਲ ਤੁਸੀਂ ਇਸ ਪਾਰਟੀ ਵਾਸਤੇ ਸੇਵਾ ਦੇ ਕਾਬਿਲ ਨਹੀਂ ਜੀ। ਉਸ ਤਰ੍ਹਾਂ ਦੀ ਗੱਲ ਨਹੀਂ ਹੋਈ, ਅਜੇ ਵੀ ਢਿੱਲ ਮਾਠੀ ਹੈ, ਕਿਉਂਕਿ ਇਹ ਜਿਹੜੇ ਹਰੀਸ਼ ਚੌਧਰੀ ਜੀ ਨੇ ਜਾਂ ਹਰੀਸ਼ ਰਾਵਤ ਹੋਰੀ ਨੇ, ਉਹ ਇਹਨਾਂ ਦੇ ਸੰਬੰਧ ਦੇ ਵਿੱਚ ਬੜਾ ਸੌਫਟ ਕਾਰਨਰ ਰੱਖਦੇ ਆ। ਨਹੀਂ ਤਾਂ ਤੁਸੀਂ ਦੇਖੋ ਵੀ ਸੁਨੀਲ ਜਾਖੜ ਵਾਸਤੇ ਤਾਂ ਐਸੇ ਹਾਲਾਤ ਪੈਦਾ ਕਰ ਦਿੱਤੇ ਗਏ ਕਿ ਉਹਨਾਂ ਨੂੰ ਤੁਸੀਂ ਇੱਕ ਤਰ੍ਹਾਂ ਨਾਲ ਇੰਨੇ ਹੀ ਮਤਲਬ ਉਹਨਾਂ ਦਾ ਯੋਗਦਾਨ ਪਾਰਟੀ ਨੂੰ ਹੋਣ ਦੇ ਬਾਵਜੂਦ ਉਹਨਾਂ ਨੂੰ ਮਜਬੂਰ ਹੋਣਾ ਪਿਆ ਪਾਰਟੀ ਤੋਂ ਨਿਕਲਣ ਵਾਸਤੇ ਜੀ। ਬਿਲਕੁਲ। ਔਰ ਉਹਨਾਂ ਨੇ ਜੋ ਕਿਹਾ ਫਿਰ ਉਹਨਾਂ ਨੇ ਡੰਡ ਲਾਤੀ ਸਾਰੀ ਜੀ। ਬਿਲਕੁਲ ਜੀ। ਦੇਖੋ ਸਰ,
ਇੱਕ ਤਰ੍ਹਾਂ ਉਹਨਾਂ ਦਾ ਜਿਹੜਾ ਗੁੱਸਾ ਹੈ ਕਾਫੀ ਹੱਦ ਤੱਕ ਜਾਇਜ਼ ਵੀ ਲੱਗਦਾ ਹੈ। ਔਰ ਲੋਕਾਂ ਦੇ ਜਦੋਂ ਅਸੀਂ ਉਹਨਾਂ ਦੀ ਵੀਡੀਓ ਥੱਲੇ ਕਮੈਂਟ ਪੜ੍ਹਦੇ ਹਾਂ ਤਾਂ ਲੋਕ ਵੀ ਕਾਫੀ ਉਹਨਾਂ ਦੀ ਹਮਾਇਤ ਕਰਦੇ ਨੇ, ਕਹਿੰਦੇ ਨੇ ਕਿ ਪਾਰਟੀ ਨੂੰ ਜਿਹਦੇ ਤੇ ਕਾਰਵਾਈ ਕਰਨੀ ਚਾਹੀਦੀ ਸੀ ਉਹਦੇ ਤੇ ਤਾਂ ਪਾਰਟੀ ਨੇ ਚੁੱਪੀ ਵੱਟੀ ਹੋਈ ਹੈ, ਤੇ ਜਿਹਨੂੰ ਥੋੜਾ ਸੋਚ ਵਿਚਾਰ ਕਰਨਾ ਚਾਹੀਦਾ ਸੀ ਉਹਦੇ ਤੇ ਪਾਰਟੀ ਨੇ ਫਟਾਫਟ ਝੰਡਾ ਚੁੱਕ ਲਿਆ। ਸੋ ਹਾਈ ਕਮਾਂਡ ਨੂੰ ਵੀ ਸੋਚਣਾ ਚਾਹੀਦਾ ਹੈ। ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਗੱਲਬਾਤ ਕਰੀਏ। ਕੱਲ ਫੇਰ ਹਾਜ਼ਰ ਹੋਵਾਂਗੇ ਲੈ ਕੇ ਪ੍ਰੋਗਰਾਮ। ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸ਼ੁਕਰੀਆ।